ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ ਪੰਜਾਬੀ ਟੈਕ ਟਾਕ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਵਿੰਦਰ ਸਿੰਘ ਕੰਗ। ਹਰਵਿੰਦਰ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਮਾੜੇ ਸਰੋਤੇ ਤੇ ਵਿਊਅਰਸ ਤੇ ਇੱਕ ਵਾਰੀ ਨਿੱਘਾ ਜੀ ਆਇਆਂ ਆਖਦੇ ਹਾਂ ਆਪਣੇ ਇਸ ਖਾਸ ਪ੍ਰੋਗਰਾਮ ਦੇ ਵਿੱਚ, ਜਿਹਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਟੈਕਨੀਕਲ ਪੰਜਾਬੀ ਟੈਕ ਟਾਕ, ਜਿਹਦੇ ਵਿੱਚ ਅਸੀਂ ਟੈਕਨੀਕਲ ਵਰਲਡ ਦੇ ਨਾਲ ਸੰਬੰਧਿਤ ਗੱਲਾਂ, ਕੀ ਹੋ ਰਿਹਾ, ਉਹ ਸਾਡੀ ਲਾਈਫ ਨੂੰ, ਜ਼ਿੰਦਗੀ ਨੂੰ ਕਿੱਦਾਂ ਪ੍ਰਭਾਵ ਪਾਉਂਦੇ ਆ ਤੇ ਆਪਾਂ ਫਿਊਚਰ ਦੇ ਲਈ ਕਿੱਦਾਂ ਵਧੀਆ ਪ੍ਰੀਪੇਅਰ ਹੋ ਸਕਦੇ ਹਾਂ। ਇਹ ਸਾਰੇ ਸੰਬੰਧ ਦੇ ਵਿੱਚ ਅਸੀਂ ਇਸ ਗੱਲਾਂ ਬਾਤਾਂ ਕਰਦੇ ਹਾਂ ਤਾਂ ਕਿ ਜਿਹੜੇ ਡਿਫੀਕਲਟ ਟੈਕਨੀਕਲ ਆਸਪੈਕਟਸ ਹੁੰਦੇ ਉਹਨੂੰ ਸਿੱਧ ਪੱਧਰੀ ਪੰਜਾਬੀ ਵਿੱਚ ਤੁਹਾਡੇ ਸਾਰਿਆਂ ਤੱਕ ਗੱਲਬਾਤ ਪਹੁੰਚਾਈ ਜਾ ਸਕੇ। ਜੀ ਬਿਲਕੁਲ। ਸੋ ਲਗਾਤਾਰ ਕੁਛ ਨਾ ਕੁਛ ਜਿਹੜਾ ਉਹ ਚੱਲਦਾ ਰਹਿੰਦਾ ਆ। ਲੇਟੈਸਟ ਜੇ ਆਪਾਂ ਹਰਵਿੰਦਰ ਸਿੰਘ ਗੱਲ ਕਰਦੇ ਜਾਈਏ ਅੱਜ ਦੇ ਆਪਣੇ ਜਿਹੜੇ ਪ੍ਰੋਗਰਾਮ ਦੇ ਵਿੱਚ ਮੁੱਖ ਤੌਰ ਦੇ ਉੱਤੇ ਗੱਲਬਾਤ ਜਿਹੜੀ ਉਹ ਆਪਾਂ ਕਰਾਂਗੇ ਸੋਸ਼ਲ ਮੀਡੀਆ ਨੂੰ ਲੈ ਕੇ। ਜੀ ਪਹਿਲਾਂ ਵੀ ਆਪਾਂ ਇਸ ਦੇ ਉੱਤੇ ਗੱਲਬਾਤ ਜਿਹੜੀ ਉਹ ਕੀਤੀ ਆ। ਇਹ ਅਹਿਮ ਸਵਾਲ ਨੇ, ਅਹਿਮ ਇਸ਼ੂ ਆ। ਰੀਜ਼ਨ ਇਹੀ ਆ ਵੀ ਇਹ ਆਪਾਂ ਨੂੰ ਇਸ ਟਾਈਮ ਕਾਫੀ ਵੱਡੇ ਪੱਧਰ ਦੇ ਉੱਤੇ ਪ੍ਰਭਾਵਿਤ ਕਰ ਰਿਹਾ ਆ। ਕਿੱਦਾਂ ਪ੍ਰਭਾਵਿਤ ਕਰ ਰਿਹਾ ਹੈ ਆਪਣੇ ਆਪ ਨੂੰ, ਨਿਆਣਿਆਂ ਨੂੰ, ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ, ਉਸ ਦੇ ਵਿੱਚ ਕੀ ਜਿਹੜਾ ਆ ਉਹ ਚੱਲ ਰਿਹਾ ਆ, ਉਸ ਬਾਰੇ ਗੱਲ ਕਰਾਂਗੇ। ਸੈਨੇਟ ਕਮੇਟੀ ਦੀ ਇੱਕ ਕਮੇਟੀ ਆ ਸੈਨੇਟ ਦੀ, ਉਹਨਾਂ ਨੇ ਹੀਅਰਿੰਗ ਕੀਤੀ ਆ ਸੋਸ਼ਲ ਮੀਡੀਆ ਦੇ ਵਿੱਚ। ਜਿੰਨੇ ਵੀ ਟੌਪ ਦੇ ਸੋਸ਼ਲ ਮੀਡੀਆ ਵਾਲੇ ਆ ਉਹਨਾਂ ਦੇ ਜਿਹੜੇ CEOs ਆ ਉਹਨਾਂ ਨੂੰ ਉੱਥੇ ਸੱਦਿਆ ਗਿਆ, ਉਹਨਾਂ ਨੂੰ ਸਵਾਲ ਜਵਾਬ ਜਿਹੜੇ ਉਹ ਕੀਤੇ ਗਏ। ਸੋ ਇਸ ਮੌਕੇ ਜਿਹੜੀ ਚਰਚਾ ਹੋ ਰਹੀ ਆ ਸੋਸ਼ਲ ਮੀਡੀਆ ਦੇ ਵਿੱਚ ਬਿਗ ਟੈਕ ਔਨਲਾਈਨ ਚਾਈਲਡ ਸੈਕਸ਼ੂਅਲ ਐਕਸਪਲੋਇਟੇਸ਼ਨ ਕ੍ਰਾਈਸਿਸ, ਉਸ ਨੂੰ ਲੈ ਕੇ ਆ। ਇਸ ਦੇ ਉੱਤੇ ਕਾਫੀ ਆਪਾਂ ਚਰਚਾ ਹੋਈ ਆ, ਆਪਾਂ ਵੀ ਕਰ ਰਹੇ ਹਾਂ ਅਤੇ ਉੱਥੇ ਵੱਡੇ ਪੱਧਰ ਦੇ ਉੱਤੇ ਲਾ ਮੇਕਰਸ ਵੀ ਇਸ ਦੇ ਉੱਤੇ ਚਰਚਾ ਜਿਹੜੀ ਉਹ ਕਰ ਰਹੇ ਆ। ਇਸ ਵਾਰ ਇਹ ਚੀਜ਼ ਜ਼ਰੂਰ ਦੇਖੀ ਗਈ ਹੈ ਹਰਵਿੰਦਰ ਵੀ ਇਹ ਅਕਰੋਸ ਦਾ ਬੋਰਡ, ਯਾਨੀ ਕਿ ਦੋਨੋਂ ਹੀ ਪਾਰਟੀਆਂ ਨੇ ਇਸ ਨੂੰ ਸੰਜੀਦਗੀ ਦੇ ਨਾਲ, ਬਾਈ ਪਾਰਟੀਜ਼ਨ ਤਰੀਕੇ ਦੇ ਨਾਲ ਗੱਲ ਹੋਈ ਆ। ਸੋ ਜੇ ਆਪਾਂ ਸ਼ੁਰੂਆਤ ਕਰਦੇ ਹਾਂ ਇਸ ਹੀਅਰਿੰਗ ਨੂੰ ਲੈ ਕੇ। ਜੀ ਸੋ ਰਾਜਕਰਨ, ਇਹ ਜਿਹੜੀ ਹੀਅਰਿੰਗ ਆ ਜਿਹਦੇ ਬਾਰੇ ਤੁਸੀਂ ਗੱਲ ਕੀਤੀ ਕਿ ਬਿਗ ਟੈਕ ਐਂਡ ਆਨਲਾਈਨ ਚਾਈਲਡ ਸੈਕਸ਼ੂਅਲ ਐਕਸਪਲੋਇਟੇਸ਼ਨ ਕ੍ਰਾਈਸਿਸ ਹੀ ਕਹਿ ਸਕਦੇ ਹਾਂ ਕਿ ਕ੍ਰਾਈਸਿਸ ਹੀ ਚੱਲ ਰਿਹਾ, ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਕਿਉਂ। ਪਰ ਟੈਕਨੀਕਲੀ ਜਦੋਂ ਤਾਂ ਨਾਂ ਲੈਂਦੇ ਹਾਂ ਤੇ ਉਹ ਕਹਿੰਦੇ ਆ ਕਿ ਬਾਈ ਪਾਰਟੀਜ਼ਨ ਸੈਨੇਟ ਹੀਅਰਿੰਗ ਦੇ ਵਿੱਚ ਡੇਂਜਰਸ ਆਫ ਸੋਸ਼ਲ ਮੀਡੀਆ ਹੈ ਨਾ, ਉਹਦੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਨਾਂ ਇਹਦੇ ਆਪਾਂ ਨੂੰ ਮੀਡੀਆ ਵਿੱਚ ਵੇਖਣ ਨੂੰ ਮਿਲੇ। ਉਹਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਕਿ ਜਿਹੜੇ ਇੰਸਟਾਗ੍ਰਾਮ ਹੋ ਗਏ, ਫੇਸਬੁੱਕ ਹੋ ਗਏ, ਸਨੈਪਚੈਟ ਜਾਂ ਹੋਰ ਵੀ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਆ, ਉਹਨਾਂ ਦੇ ਜਿਹੜੇ CEOs ਆ ਉਹ ਉੱਥੇ ਆਏ, ਜਿਹਨਾਂ ਵਿੱਚ ਮੈਂ ਨਾਂ ਸਾਰਿਆਂ ਦੇ ਦੱਸ ਦਿੰਦਾ ਕਿ ਮੈਟਾ ਜਿਹੜੇ ਇੰਸਟਾਗ੍ਰਾਮ ਤੇ ਫੇਸਬੁੱਕ, WhatsApp ਤੇ ਜਿਹੜੇ ਓਨਰ ਆ ਮਾਰਕ ਜ਼ਕਰਬਰਗ, X ਜਿਹਨੂੰ ਪਹਿਲਾਂ ਟਵਿੱਟਰ ਕਿਹਾ ਜਾਂਦਾ ਸੀ ਉਹਨਾਂ ਦੇ CEO ਲਿੰਡਾ ਯਸਰੀਨੋ, ਟਿਕਟੋਕ ਦੇ CEO ਸ਼ੂਜ਼ੀ ਚਿਊ, ਸਨੈਪ ਤੇ ਜਿਹੜੀ ਸਨੈਪਚੈਟ ਐਪ ਉਹਨਾਂ ਦੇ CEO ਈਵਨ ਸਪੀਗਲ ਤੇ ਡਿਸਕੌਰਡ ਦੇ CEO ਜੇਸਨ ਸਾਈਟਰੋਨ। ਇਹ ਸਾਰੇ ਜਿਹੜੇ ਆ ਵਿਟਨੈਸ ਦੇ ਵਿੱਚ ਖਲੋਤੇ ਵੈਡਨਸਡੇ ਨੂੰ, ਤੇ ਇਹਨਾਂ ਦੀ ਜਿਹੜੀ ਗ੍ਰਿਲਿੰਗ ਹੀ ਕਹਿ ਸਕਦੇ ਹਾਂ, ਉਹਦੇ ਬਾਰੇ ਆਪਾਂ ਜਾਣਕਾਰੀ ਅੱਗੇ ਦੱਸਾਂਗੇ ਕਿਹੜੀ ਕਿਹੜੀ ਗੱਲਾਂ ਹੋਈਆਂ। ਉਹਨਾਂ ਦੇ ਜਿਹੜੇ ਬਾਈ ਪਾਰਟੀਸ਼ਨ ਸੈਨੇਟਰਸ ਨੇ ਇਹਨਾਂ ਗ੍ਰਿਲ ਕੀਤਾ ਸਾਰੀਆਂ ਚੀਜ਼ਾਂ ਨੂੰ ਲੈ ਕੇ। ਕਾਫੀ ਇਮੋਸ਼ਨਲ ਤੇ ਟੈਂਸ ਹੀਅਰਿੰਗ ਕਹਿ ਸਕਦੇ ਹਾਂ ਕਿਉਂਕਿ ਇਹਦੇ ਵਿੱਚ ਕਾਫੀ ਪੇਰੈਂਟਸ ਜਾਂ ਰਿਸ਼ਤੇਦਾਰ ਜਿਨ੍ਹਾਂ ਦੇ ਬੱਚੇ ਸੋਸ਼ਲ ਮੀਡੀਆ ਦੇ ਕਰਕੇ ਦੀ ਭੇਟ ਹੀ ਕਹਿ ਸਕਦੇ ਚੜ੍ਹ ਗਏ, ਜਾਂ ਖੁਦਕੁਸ਼ੀ ਕਰ ਲਈ, ਜਾਂ ਕਿਸੇ ਨਸ਼ੇ ਦੇ ਵਿੱਚ ਆ ਕੇ, ਜਾਂ ਹੋਰ ਵੀ ਐਕਸਪਲੋਇਟੇਸ਼ਨ ਜਿਹੜੇ ਬੱਚਿਆਂ ਦੀ ਹੋਈ, ਉਹਨਾਂ ਦੇ ਮਾਪੇ ਜਾਂ ਰਿਸ਼ਤੇਦਾਰ ਉਹ ਵੀ ਪਿੱਛੇ ਆ ਕੇ ਬੈਠੇ ਸੀ। ਸੋ ਕਾਫੀ ਗੱਲਾਂ ਬਾਤਾਂ ਇੱਦਾਂ ਹੋਈਆਂ ਤੇ ਉਹਦੇ ਸੰਬੰਧ ਦੇ ਵਿੱਚ। ਪਰ ਇੱਕ ਕਾਫੀ ਉਹਨੂੰ ਨਿਊਜ਼ ਨੇ ਕਵਰ ਕੀਤਾ ਕਿ ਮਾਰਕ ਜ਼ਕਰਬਰਗ ਜਿਹੜੇ CEO ਸੀ, ਉਹਨਾਂ ਨੇ ਉੱਠ ਕੇ ਪਿੱਛੇ ਜਿਹੜੇ ਪੇਰੈਂਟਸ ਬੈਠੇ ਸੀ ਉਹਨਾਂ ਦੇ ਸਾਹਮਣੇ ਕਿਹਾ ਕਿ ਮੈਂ ਅਪੋਲੋਜਾਈਜ਼ ਕਰਦਾ ਕਿ ਜਿਹਦੇ ਥਰੂ ਤੁਸੀਂ ਗਏ ਹੋ ਉਹਦੇ ਪਰਮਾਤਮਾ ਉਹਨਾਂ ਨੂੰ ਹੈ ਨਾ ਕਿਸੇ ਨੂੰ ਇਹ ਦਿਨ ਨਾ ਦੇਖੇ, ਤੇ ਮੈਂ ਤੁਹਾਡੇ ਕੋਲ ਸਾਰਿਆਂ ਕੋਲ ਇਸ ਚੀਜ਼ ਦੇ ਲਈ ਮਾਫੀ ਮੰਗਦਾ ਹੈ ਨਾ। ਇਹ ਚੀਜ਼ ਤਾਂ ਸਾਰਿਆਂ ਨੇ ਰਾਜਕਰਨ ਪੋਪੂਲਰਲੀ ਕਹੀ ਆ ਵੀ ਮਾਰਕ ਜ਼ਕਰਬਰਗ ਨੇ ਇੱਦਾਂ ਕੀਤਾ, ਪਰ ਉਹਦੀ ਜਿਹੜੀ ਟੈਕਨੀਕਲ ਗੱਲ ਉਹਦੇ 'ਚ ਇਹ ਸੀ ਕਿ ਜਿਹੜੇ ਸੈਨੇਟਰ ਸੀ ਇੱਕ, ਉਹਨਾਂ ਕਿਹਾ ਕਿ ਤੁਸੀਂ ਕੁਝ ਕਹਿਣਾ ਚਾਹੋਗੇ, ਤੁਹਾਡੇ ਪਿੱਛੇ ਬੱਚੇ ਬੈਠੇ। ਸੋ ਉਹਨਾਂ ਇਨਵੋਕ ਕੀਤਾ ਜਿਹਦੇ ਤੇ ਗੱਲਬਾਤ ਅੱਗੇ ਸੈਨੇਟਰ ਹੌਲੀ ਸੀਗੇ ਉਹ ਜੀ। ਸੋ ਬਿਲਕੁਲ ਉੱਥੇ ਇੱਕ ਹੋਰ ਵੀ ਸੈਨੇਟਰ ਸੀ ਜਿਨ੍ਹਾਂ ਨੇ ਕਿਹਾ
ਜੇ ਉਹ ਮਾਫੀ ਮੰਗੀ ਹੈ ਇਹਦਾ ਮਤਲਬ ਸਮਝਦੇ ਆ ਵੀ ਇਹ ਖਤਰੇ ਵਾਲੀ ਚੀਜ਼ ਆ। ਇਹਨਾਂ ਦੀ ਆਪਣੀ ਮੈਟਾ ਦੀ ਇੰਟਰਨਲ ਰਿਪੋਰਟ ਨੇ ਇਸ ਚੀਜ਼ ਨੂੰ ਪ੍ਰਗਟਾਇਆ ਸੀਗਾ। ਲਿੰਡਸੇ ਗ੍ਰਾਹਮ ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ ਭਾਈ ਜਿਹੜੇ ਤੁਸੀਂ ਬੈਠੇ ਆ ਤੁਹਾਡੇ ਹੱਥਾਂ ਖੂਨ ਦੇ ਨਾਲ ਰੰਗੇ ਹੋਏ ਆ ਜੀ, ਵੀ ਯੂ ਹੈਵ ਬਲੱਡ ਔਨ ਯੂਰ ਹੈਂਡਸ। ਸੋ ਬੇਸਿਕਲੀ ਇਹ ਬਹੁਤ ਵੱਡੀ ਇੱਕ ਟਰਮ ਆ। ਇਹਦੇ ਵਿੱਚ ਇਹ ਜਿਹੜੀ ਚੀਜ਼ ਆਪਾਂ ਕਹਿ ਸਕਦੇ ਹਾਂ ਹਰਮਿੰਦਰ ਸਿੰਘ ਵੀ ਚਿੰਤਾਵਾਂ ਦੋਨੋਂ ਧਿਰਾਂ ਨੂੰ ਜਿਹੜੀਆਂ ਹੋ ਰਹੀਆਂ, ਨਹੀਂ ਤਾਂ ਯੂਜਲੀ ਇਕੱਠੀਆਂ ਨਹੀਂ ਚੱਲਦੀਆਂ ਬਹੁਤ ਸਾਰੇ ਮੁੱਦਿਆਂ ਦੇ ਉੱਤੇ, ਪਰ ਕਿਉਂਕਿ ਇਹ ਨਿਆਣਿਆਂ ਦੇ ਨਾਲ ਜਿਹੜੀਆਂ ਚੀਜ਼ਾਂ ਸੀ ਸੋ ਇਹ ਜਿਹੜੀਆਂ ਹੋਈਆਂ। ਸੋ ਇਸ ਮੌਕੇ ਦੇ ਉੱਤੇ ਇੱਕ ਵਾਰੀ ਫੇਰ, ਕਿਉਂਕਿ ਇਹ ਪਹਿਲੀ ਵਾਰੀ ਨਹੀਂ ਹੋਈ ਜਿਹੜੇ ਚਾਈਲਡ ਐਕਸਪਲੋਇਟੇਸ਼ਨ ਕ੍ਰਾਈਸਿਸ ਆ, ਸੈਕਸ਼ੂਅਲ ਐਕਸਪਲੋਇਟੇਸ਼ਨ ਜਾਂ ਉਹਨਾਂ ਨੂੰ ਮਾਨਸਿਕ ਰੋਗੀ ਬਣਾ ਰਿਹਾ ਆ, ਜਨਰਲ ਸਰਜਨ ਜਿਹੜੇ ਸਰਜਨ ਜਨਰਲ ਆ ਉਹਨਾਂ ਨੂੰ ਸਪੈਸ਼ਲਿਸਟ ਦੇ ਉੱਤੇ ਜਿਹੜਾ ਉਹ ਕਹਿਣਾ ਪੈ ਰਿਹਾ ਆ। ਇਹ ਇਸ ਮੌਕੇ ਹੁਣ ਇਹ ਹੀਅਰਿੰਗ ਹੋਈ ਆ, ਇਸ ਨੂੰ ਆਪਾਂ ਕਿਸ ਤਰੀਕੇ ਨਾਲ ਦੇਖਾਂਗੇ? ਸੋ ਮੈਂ ਪਹਿਲੇ ਜਿਹੜੀ ਤੁਸੀਂ ਗੱਲ ਕੀਤੀ ਉਹਦੇ ਬਾਰੇ ਮੈਂ ਥੋੜੀ ਗੱਲ ਕਰਦਾ ਕਿ ਜਿਹੜੀ ਇਹ ਸੈਨੇਟ, ਉਹਦੇ ਬਾਰੇ ਆਪਾਂ ਸੈਕਸ਼ਨ ਵਿੱਚ ਡਿਟੇਲ ਵਿੱਚ ਵੀ ਗੱਲ ਕਰਾਂਗੇ ਕਿ ਜਦੋਂ ਸੈਨੇਟ ਆ ਹੀਅਰਿੰਗ ਹੁੰਦੀ ਹੈ ਇਮੋਸ਼ਨਲ ਗੱਲਾਂ ਬਾਤਾਂ ਕਾਫੀ ਹੋਈਆਂ, ਇਨਵੋਕ ਹੋਏ, ਪਰ ਇਹਦਾ ਐਂਡ ਰਿਜ਼ਲਟ ਜੇ ਦੇਖਿਆ ਜਾਏ ਤਾਂ ਉਹਦੇ ਚੋਂ ਕੁਝ ਵੀ ਨਹੀਂ ਨਿਕਲਿਆ, ਹੈ ਨਾ। ਕਿਉਂਕਿ ਨਾ ਤੇ ਇਹਦੇ ਚੋਂ ਕੋਈ ਰੂਲ ਐਂਡ ਰੈਗੂਲੇਸ਼ਨ ਸਾਹਮਣੇ ਆਈ, ਨਾ ਉਹਦਾ ਕੋਈ ਪ੍ਰੋਟੋਕਾਲ ਸੈੱਟ ਹੋਈ ਵੀ ਆਪਾਂ ਰੂਲ ਐਂਡ ਰੈਗੂਲੇਸ਼ਨ ਇਹਦੇ ਬਣਾਵਾਂਗੇ, ਤੇ ਨਾ ਚਿੰਤਾ ਹੀ ਪ੍ਰਗਟਾਈਆਂ, ਹੋਰ ਕੁਝ ਨਹੀਂ ਹੋਇਆ। ਹਾਂਜੀ, ਚਲੋ ਇਹ ਨਹੀਂ ਮੈਂ ਕਹਿੰਦਾ ਵੀ ਇਹਦੇ ਬਾਰੇ ਉਹਦਾ ਕੋਈ ਵੀ ਨੁਕਸਾਨ, ਕੋਈ ਵੀ ਇਹਦਾ ਫਾਇਦਾ ਨਹੀਂ ਹੋਇਆ। ਚਲੋ ਅਵੇਅਰਨੈਸ ਦੇ ਪਰਸਪੈਕਟਿਵ ਦੇ ਨਾਤੇ ਤਾਂ ਜ਼ਰੂਰ ਫਾਇਦਾ ਹੋਇਆ। ਜੇ ਆਪਾਂ ਹੁਣ ਟਾਕ ਸ਼ੋਅ ਕਰ ਰਹੇ ਹੋ ਤੋਂ ਡੇਟਾ ਲੈ ਕੇ ਅਵੇਅਰਨੈਸ ਤਾਂ ਇਹਦੇ ਨਾਲ ਜ਼ਰੂਰ ਵਧੀ, ਪਰ ਉਹਦੇ ਤੋਂ ਜੇ ਤੁਸੀਂ ਕਹੋ ਕਿ ਔਨ ਗਰਾਊਂਡ ਕੋਈ ਚੇਂਜ ਹੋਇਆ, ਉਹ ਨਹੀਂ। ਮੈਂ ਜਿੱਦਾਂ ਪਹਿਲਾਂ ਗੱਲ ਕਰਦਾ ਸੀ ਕਿ ਨਾ ਹੀ ਕੋਈ ਰੂਲ ਰੈਗੂਲੇਸ਼ਨ ਇਹਦੇ 'ਤੇ ਆਈ ਆ, ਅਤੇ ਨਾ ਹੀ ਮੈਂ ਇਹਦੇ ਵਿੱਚ ਇਹ ਵੀ ਦੱਸ ਦੇਵਾਂ ਕਿ ਜਿੱਦਾਂ ਇੱਕ ਅੱਧੇ CEO ਨੂੰ ਛੱਡ ਕੇ ਬਾਕੀਆਂ ਨੇ ਜਿਹੜੇ ਆਲਰੇਡੀ ਕੁਛ ਬਿੱਲ ਬਣ ਰਹੇ ਆ ਇਹਦੇ ਉੱਤੇ ਸੋਸ਼ਲ ਮੀਡੀਆ ਉੱਤੇ ਨੂੰ ਲਿਮਿਟ ਕਰਨ ਦੇ ਲਈ, ਤਾਂ ਉਹਦੇ ਬਾਰੇ ਵੀ ਮਾਰਕ ਜ਼ਕਰਬਰਗ ਤੇ ਹੋਰ ਜਿਹੜੇ CEOs ਆ ਉਹਨਾਂ ਨੇ ਆਪਣਾ ਕੋਈ ਸਪੋਰਟ ਸਿਸਟਮ ਉਹਨੂੰ ਨਹੀਂ ਦਿੱਤਾ, ਵੀ ਆਪਾਂ ਕਮਿਟਮੈਂਟ ਕੋਈ ਇੱਦਾਂ ਦੀ ਨਹੀਂ ਦਿੱਤੀ ਵੀ ਆਪਾਂ ਇਹਨੂੰ ਸਪੋਰਟ ਕਰਾਂਗੇ। ਇਹਦੇ ਬਾਰੇ ਅਸੀਂ ਡਿਟੇਲ ਲੇਟਰ ਔਨ ਸ਼ੋਅ ਦੇ ਵਿੱਚ ਗੱਲਬਾਤ ਕਰਾਂਗੇ, ਹੈ ਨਾ। ਸੋ ਰਾਜਕਰਨ, ਸੋ ਇੱਦਾਂ ਕਰਕੇ ਜਿਹੜੀ ਇਹ ਸਾਰਾ ਹੋਇਆ, ਪਰ ਇਹਦੇ ਬਾਰੇ ਗੱਲਬਾਤ ਕਰਨੀ ਇਹ ਸਾਡੇ ਲਈ ਇਹ ਵੀ ਜ਼ਰੂਰੀ ਹੈ। ਇਹਦਾ ਸਾਡੇ ਉੱਤੇ ਕੀ ਇੰਪੈਕਟ ਹੈ ਐਜ਼ ਆ ਡਾਇਆਸਪਰਾ ਪੰਜਾਬੀ, ਜਾਂ ਨਾ ਵੀ ਡਾਇਆਸਪਰਾ ਹੋਈ ਇਨ ਜਨਰਲ, ਹੈ ਨਾ। ਸੋਸ਼ਲ ਮੀਡੀਆ 'ਤੇ ਆਪਣੇ ਪੰਜਾਬ ਵਿੱਚ ਵੀ ਜਾਂ ਇੰਡੀਆ ਵਿੱਚ ਵੀ ਲੋਕ ਵਰਤਦੇ ਆ, ਜਾਂ ਹੋਰ ਵੀ ਜਿੱਥੇ ਲੋਕ ਰਹਿੰਦੇ ਆ। ਇਹ ਤਾਂ ਕਾਮਨ ਹੀ ਇਸ਼ੂ ਆ ਸਾਰੀ ਕਮਿਊਨਿਟੀਜ਼ ਦਾ। ਅਖੀਰ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਆਪਾਂ ਕੀ ਕਰ ਸਕਦੇ ਹਾਂ, ਪਰ ਐਟ ਦਿਸ ਪੁਆਇੰਟ ਇਨ ਟਾਈਮ ਇਹ ਜਿਹੜੀ ਹੀਅਰਿੰਗ ਹੋਈ ਆ ਇਹਦੇ ਬਾਰੇ ਕਾਫੀ ਪ੍ਰੈਸ਼ਰ ਵੀ ਪੈ ਰਿਹਾ ਸੀ ਕਿ ਕੁਛ ਨਾ ਕੁਛ ਸੋਸ਼ਲ ਮੀਡੀਆ ਕੰਪਨੀਜ਼ ਬਾਰੇ ਕੀਤਾ ਜਾਏ, ਕਿਉਂਕਿ ਸੋਸ਼ਲ ਮੀਡੀਆ ਕੁਛ ਇੱਦਾਂ ਦੀ ਟੈਕਨੀਕ ਆਈ, ਤੇ ਆਪਾਂ ਜਿਹੜਾ ਪਿਛਲੇ ਤੁਸੀਂ ਟਾਕ ਸ਼ੋਅ ਦੀ ਗੱਲ ਕੀਤੀ ਉਹਦੇ ਵਿੱਚ ਵੀ ਗੱਲ ਕੀਤੀ ਕਿ ਟੈਕਨੀਕ ਤੇ ਐਡੀ ਤੇਜ਼ੀ ਦੇ ਨਾਲ ਫੈਲੀ ਕਿ ਜਿਹੜੇ ਗਵਰਨਮੈਂਟਸ ਹੈਗੀਆਂ ਉਹਨਾਂ ਦਾ ਤੁਹਾਨੂੰ ਪਤਾ ਰਿਸਪੌਂਸ ਨਵੀਂ ਚੀਜ਼ ਨੂੰ ਕਾਫੀ ਸਲੋ ਹੁੰਦਾ, ਪਰ ਜਿੰਨਾ ਚਿਰ ਤੱਕ ਉਹ ਐਕਟਿਵ ਹੋਈਆਂ ਤੇ ਉਹਨਾਂ ਚਿਰ ਤੱਕ ਕਾਫੀ ਦੇਰ ਹੋ ਚੁੱਕੀ ਸੀ। 2004-05 ਤੋਂ ਸੋਸ਼ਲ ਮੀਡੀਆ ਜ਼ਿਆਦਾ ਪਾਪੂਲਰ ਹੋਣਾ ਸ਼ੁਰੂ ਹੋਇਆ। 2007 ਵਿੱਚ, ਹੈ ਨਾ, ਕਾਫੀ ਇਹਨੇ ਸਪੀਡ ਫੜ ਲਈ, ਤੇ ਜਿੰਨਾ ਚਿਰ ਤੱਕ ਇਹ ਪਾਪੂਲਰ ਹੋਇਆ, ਇਹ ਟੀਨਏਜ ਤੱਕ ਪਹੁੰਚਿਆ, ਉਸ ਤੋਂ ਬਾਅਦ 4-5 ਸਾਲ ਤੱਕ ਡੇਟਾ ਆਉਂਦੇ, ਐਨਾਲਿਸਿਸ ਲੱਗ ਗਏ, 2020 ਤੱਕ, ਫਿਰ ਕੋਵਿਡ ਵਿੱਚ ਇਹਦਾ ਯੂਜ਼ ਬਹੁਤ ਜ਼ਿਆਦਾ ਵਧਿਆ। ਸੋ ਉਹਦੇ ਕਰਕੇ ਰਾਜਕਰਨ ਜਿਹੜੇ ਇਹਨਾਂ ਉੱਤੇ ਰੈਗੂਲੇਸ਼ਨ ਨਾ ਹੋਣ ਕਰਕੇ ਜਿਹੜੇ ਨੁਕਸਾਨ ਆ ਉਹ ਸ਼ਾਇਦ ਹੀ ਕਿਸੇ ਹੋਰ ਟੈਕਨੋਲੋਜੀ ਦੇ ਕਰਕੇ ਇੰਨੇ ਜ਼ਿਆਦਾ ਨੁਕਸਾਨ ਹੋਏ ਹੋਣ, ਜੇ ਨਾ ਇਹ ਥੋੜ੍ਹੀ ਜਿਹੀ ਮੈਂ ਬੈਕਗਰਾਊਂਡ ਦੱਸ ਦਿੰਦਾ। ਹੁਣ ਐਟ ਦਿਸ ਪੁਆਇੰਟ ਇਨ ਟਾਈਮ ਹੋਣੀ ਕਿਉਂ? ਸੋ ਉਹਦੇ ਤੁਸੀਂ ਇੱਕ ਦੋ ਐਸਪੈਕਟ ਸ਼ੋਏ ਵੀ ਹੈ, ਮੈਂ ਬਾਕੀ ਵੀ ਥੋੜਾ ਹੋਰ ਡੇਟਾ ਲੈ ਲੈਣਾ ਸਾਹਮਣੇ ਕਿ ਜਿਹੜਾ ਨੈਸ਼ਨਲ ਸੈਂਟਰ ਫॉर ਮਿਸਿੰਗ ਚਿਲਡਰਨ ਐਂਡ ਐਕਸਪਲੋਇਟਡ ਚਿਲਡਰਨ, ਨੈਸ਼ਨਲ ਸੈਂਟਰ ਫॉर ਮਿਸਿੰਗ ਐਂਡ ਐਕਸਪਲੋਇਟਡ ਚਿਲਡਰਨ, ਤੇ ਉਹਨਾਂ ਦਾ ਡੇਟਾ ਇਹ ਕਹਿੰਦਾ ਕਿ ਜਿਹੜੇ ਡੇਲੀ ਸਾਈਬਰ ਟਿਪਸ ਆ ਚਾਈਲਡ ਅਬਿਊਜ਼ ਦੇ, ਹੈ ਨਾ, ਉਹ ਪਿਛਲੇ 10 ਸਾਲਾਂ ਦੇ ਵਿੱਚ 10 ਗੁਣਾ ਰਾਜ ਕਰਨ ਵਧਿਆ। ਵਾਓ। ਸੋ ਉਹਦੀ ਜਿਹੜੀ ਤੁਸੀਂ ਰਿਪੋਰਟ ਵੇਖੋ ਕਿ ਅੱਜ ਦੇ ਸਮੇਂ ਦੇ ਵਿੱਚ 100,000 ਯਾਨੀ ਕਿ 1 ਲੱਖ ਡੇਲੀ ਰਿਪੋਰਟਸ ਆਪਾਂ ਨੂੰ ਮਿਲੀਆਂ 2023 ਦੇ ਵਿੱਚ। ਵਾਓ। ਤਾਂ ਆਪਾਂ ਨੰਬਰਸ ਹੀ ਦੇਖ ਲਈਏ, ਹੈ ਨਾ। ਤੇ ਇਹਦੇ ਵਿੱਚ FBI ਨੇ ਹੀ ਇਕੱਲਿਆਂ ਨੇ ਕਿਹਾ ਕਿ ਉਹਨਾਂ ਕੋਲ 13,000 ਰਿਪੋਰਟਾਂ ਜਿਹੜੀਆਂ ਇਕੱਲੀਆਂ ਆਨਲਾਈਨ ਸੈਕਸਟੋਰਸ਼ਨ ਦੀਆਂ ਆਈਆਂ ਇਕੱਲੀਆਂ, ਹੈ ਨਾ, ਜਿਹਦੇ ਵਿੱਚ ਤੁਸੀਂ ਕਿਸੇ ਦੇ ਇਤਰਾਜ਼ਯੋਗ ਸਮੱਗਰੀ, ਵੀਡੀਓ, ਫੋਟੋ ਲੈ ਕੇ ਉਹ ਤੋਂ ਪੈਸੇ ਜਾਂ ਹੋਰ ਫੇਵਰਸ ਮੰਗਦੇ ਹੋ, ਉਹਨੂੰ ਉਹਦੇ ਲਈ ਵਰਡ ਯੂਜ਼ ਕਰਦੇ ਆ। ਸੋ FBI ਨੇ 13,000 ਰਿਪੋਰਟਾਂ ਇਹ ਕਹੀਆਂ, ਤੇ ਪਿਛਲੇ 10 ਸਾਲਾਂ ਦੇ ਵਿੱਚ ਆਪਾਂ ਗੱਲ ਕੀਤੀ ਕਿ ਸੋਸ਼ਲ ਮੀਡੀਆ ਦਾ ਜਿਹੜਾ ਯੂਜ਼ ਜ਼ਿਆਦਾ ਹੋਇਆ ਤੇ ਉਹਦੇ ਵਿੱਚ 10 ਗੁਣਾ ਇਨਕਰੀਜ਼ ਹੋ ਜਾਣਾ, ਤੇ ਸਰ ਡੈਫੀਨੇਟਲੀ ਸੋਸ਼ਲ ਮੀਡੀਆ ਦਾ ਇੰਪੈਕਟ ਹੈਗਾ ਹੀ ਵੀ। ਆਉਣ ਵਾਲੇ ਸ਼ੋਅ ਵਿੱਚ ਮੈਂ ਵੀ ਦੱਸੂੰਗਾ ਵੀ ਕਿਹੜੇ ਤਰੀਕੇ ਨਾਲ, ਹੈ ਨਾ।
ਇੱਕ ਗੱਲ। ਨੰਬਰ 2 ਦੇ ਉੱਤੇ ਆਪਾਂ ਗੱਲ ਕਰਦੇ ਕਿ ਪਿਛਲੇ ਸਾਲ 2023 ਦੇ ਵਿੱਚ ਅਮਰੀਕਨ ਸਾਈਕੋਲੋਜੀਕਲ ਐਸੋਸੀਏਸ਼ਨ ਨੇ ਆਪਣੇ ਇੱਕ ਰਿਕਮੈਂਡੇਸ਼ਨ ਸ਼ੁਰੂ ਕੀਤੀਆਂ ਸੀ ਨਾ। ਸਾਨੂੰ ਪਤਾ ਮੈਂਟਲ ਹੈਲਥ ਕ੍ਰਾਈਸਿਸ ਵਿੱਚੋਂ ਅਸੀਂ ਜਾ ਰਹੇ ਹਾਂ ਅਮਰੀਕਾ ਦੇ ਵਿੱਚ ਬੈਠੇ। ਸੋ ਉਹਦੇ ਕੁਝ ਚੀਜ਼ਾਂ ਰਿਕਮੈਂਡੇਸ਼ਨ ਦਿੱਤੀਆਂ ਹੈ ਜਿਹਦੇ ਬਾਰੇ ਆਪਾਂ ਲੇਟਰ ਔਨ ਗੱਲ ਕਰਾਂਗੇ ਕਿ ਆਪਾਂ ਬੱਚੇ ਜਿਹੜੇ ਆ ਖਾਸ ਤੌਰ ਤੇ ਟੀਨਏਜਰਸ ਔਰ ਸੋਸ਼ਲ ਮੀਡੀਆ ਨੂੰ ਸੇਫਲੀ ਕਿੱਦਾਂ ਵਰਤ ਸਕਣ। ਉਹਦੇ ਵਿੱਚ ਸੈਟਿੰਗ ਲਿਮਿਟਸ ਆ, ਇਨਕਰੇਜਿੰਗ ਫੈਮਿਲੀ ਡਿਸਕਸ਼ਨਸ ਹੈ ਨਾ ਅਬਾਊਟ ਸੋਸ਼ਲ ਮੀਡੀਆ ਤੇ ਪੇਰੈਂਟਲ ਮੋਨੀਟਰਿੰਗ ਹੈ ਨਾ। ਸੋ ਇਦਾਂ ਦੀ ਕੁਝ ਚੀਜ਼ਾਂ। ਉਸ ਤੋਂ ਬਾਅਦ US ਸਰਜਨ ਜਨਰਲ ਦੀ ਗੱਲ ਤੁਸੀਂ ਕੀਤੀ ਹੈ ਨਾ, ਉਹਨਾਂ ਨੇ ਐਡਵਾਈਜ਼ਰੀ ਕੀਤੀ ਸੀ ਕਿ ਇਹ ਇੱਕ ਐਪੀਡੈਮਿਕ ਹੀ ਬਣ ਗਿਆ ਮੈਂਟਲ ਹੈਲਥ ਦਾ ਸੋਸ਼ਲ ਮੀਡੀਆ ਯੂਜ਼ੇਜ। ਤਾਂ ਹੁਣ ਇਹ ਵੀ ਦੱਸਦੇ ਜਾਏ ਕਿ ਸੋਸ਼ਲ ਮੀਡੀਆ ਕੰਪਨੀ ਜਿਹੜੀਆਂ ਉਹ 13 ਸਾਲ ਤੋਂ ਯਾਨੀ ਕਿ ਜਦੋਂ ਟੀਨਏਜਰ ਜਦੋਂ ਬੱਚੇ ਹੁੰਦੇ ਆ ਉਹ ਤੋਂ ਅਲਾਓ ਕਰ ਦਿੰਦੀ ਆ ਸੋਸ਼ਲ ਮੀਡੀਆ ਨੂੰ ਵਰਤਣ ਦਾ ਹੈ ਨਾ। ਤੇ ਉਸ ਤੋਂ ਬਾਅਦ ਮੈਨੂੰ ਥੋੜ੍ਹੀ ਜਿਹੀ ਇਹਦੇ ਵਿੱਚ ਇਹ ਕਹਾਂਗਾ ਕਿ ਮੈਂ ਖੈਰ ਇਹਦੇ ਵਿੱਚ ਮੇਰੇ ਨਿੱਜੀ ਵਿਚਾਰ ਆ ਕਿ ਥੋੜ੍ਹੀ ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ ਵੀ ਮਾਰਕ ਜ਼ਕਰਬਰਗ ਨੇ ਹੀਰਿੰਗ ਦੇ ਵਿੱਚ ਇਹ ਚੀਜ਼ ਨੂੰ ਇਹ ਸਭ ਕੁਝ ਇਨਫੋਰਮੇਸ਼ਨ ਸਾਹਮਣੇ ਹੋਣ ਦੇ ਬਾਵਜੂਦ ਵੀ ਇਸ ਚੀਜ਼ ਨੂੰ ਪੁਸ਼ਬੈਕ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜੀ ਨੈਗੇਟਿਵ ਮੈਂਟਲ ਹੈਲਥ ਆ ਇਹਦਾ ਲਿੰਕ ਸੋਸ਼ਲ ਮੀਡੀਆ ਯੂਸੇਜ ਦੇ ਨਾਲ ਹੈਗਾ। ਉਹ ਕਹਿੰਦੇ ਵੀ ਨਹੀਂ ਇਹਦਾ ਤਾਂ ਕੋਈ ਲਿੰਕ ਨਹੀਂ, ਇਹਦਾ ਕੋਈ ਲਿੰਕ ਹੀ ਨਹੀਂ। ਸੈਨੇਟ ਹੀਰਿੰਗ ਦੀ ਗੱਲ ਆ ਹੈ ਨਾ। ਤੇ ਉਸ ਤੋਂ ਬਾਅਦ ਮੈਂ ਖਾਸ ਤੌਰ ਤੇ ਮੈਂ ਕੋਟ ਕਰ ਦਿੰਦਾ ਉਹਨਾਂ ਨੇ ਉੱਥੇ ਕੀ ਅੱਖਰ ਵਰਤੇ। ਉਹ ਕਹਿੰਦੇ ਵਿਦ ਸੋ ਮਚ ਆਫ ਆਵਰ ਲਾਈਫ ਸਪੈਂਡ ਔਨ ਮੋਬਾਈਲ ਡਿਵਾਈਸਿਸ ਐਂਡ ਸੋਸ਼ਲ ਮੀਡੀਆ ਇਟਸ ਇੰਪੋਰਟੈਂਟ ਟੂ ਲੁੱਕ ਇਨਟੂ ਇਫੈਕਟਸ ਔਨ ਔਨ ਟੀਨ ਮੈਂਟਲ ਹੈਲਥ ਐਂਡ ਵੈਲ ਬੀਇੰਗ। I take it very seriously. ਪਰ ਨਾਲ ਦੀ ਨਾਲ mental health is a complex issue and the existing body of scientific work has not shown a causal link between social media and young people having worse mental health outcomes. ਵੇਖ ਲਓ ਇਹ ਆਪਣੀ ਰਿਪੋਰਟ ਨੂੰ ਨਕਾਰੀ ਜਾ ਰਹੇ ਆ ਫਿਰ ਵੀ ਇਹਨਾਂ ਦੀ ਆਪਣੀ ਇੰਟਰਨਲ ਰਿਪੋਰਟ ਹੀ ਸੀਗੀ ਜਿਹਦੇ ਵਿੱਚ ਸ਼ਰੇਆਮ ਆਇਆ ਸੀਗਾ ਵੀ ਇੰਸਟਾਗ੍ਰਾਮ ਜਿਹੜੀਆਂ ਯੰਗ ਟੀਨਏਜਰ ਗਰਲਸ ਆ ਉਹਨਾਂ ਦੇ ਲਈ ਕਿੰਨਾ ਘਾਤਕ ਆ। ਹਾਂਜੀ, ਸੋ ਕਹਿਣ ਦਾ ਮਤਲਬ ਇਹ ਹੁੰਦਾ ਕਿ ਜਿੱਦਾਂ ਤੁਸੀਂ ਮੈਂ ਇਹ ਸਾਰੀ ਜਿਹੜੀ ਇਨਫੋਰਮੇਸ਼ਨ ਇੱਥੇ ਇਸ ਲਈ ਸ਼ੇਅਰ ਕੀਤੀ ਜਾਂ ਇੰਨੀ ਡਿਟੇਲ ਦੇ ਵਿੱਚ ਤਾਂ ਕਰਕੇ ਗਿਆ ਕਿ ਜਦੋਂ ਆਪਾਂ ਗੱਲ ਕਰਦੇ ਕਿ ਕਾਫੀ ਸੈਨੇਟ ਦੇ ਵਿੱਚ ਹੀਰਿੰਗ ਹੋਈ, ਬੜੀ ਸਖਤ ਹੋਈ ਹੈ ਇੱਦਾਂ। ਸੋ ਮੈਂ ਗੱਲ ਉਹਦੇ 'ਚ ਇਹ ਕਰਦਾ ਕਿ ਭਾਵੇਂ ਕਿ ਸਖਤ ਹੋਈ ਤੇ ਆਪਾਂ ਹੋਰ ਵੀ ਉਹਦੇ ਬਾਰੇ ਗੱਲਬਾਤ ਕਰਾਂਗੇ, ਪਰ ਪੰਜਾਬੀ 'ਚ ਸਿੱਧ ਪੱਧਰੀ ਪੰਜਾਬੀ 'ਚ ਕਹਿ ਲਓ ਕਿ ਕੱਢਣ ਪਾਉਣ ਨੂੰ ਉਹਦੇ 'ਚ ਕੁਛ ਵੀ ਨਹੀਂ ਆਪਾਂ ਨੂੰ ਮਿਲਿਆ। ਜੀ ਬਿਲਕੁਲ। ਸੋ ਇਸ ਮੌਕੇ ਹੋਈ ਜਿਹੜੀ ਇਹ ਜ਼ਰੂਰ ਆ ਕੀ ਜਿਹੜਾ ਉਸ ਦੇ ਵਿੱਚ ਹੋਇਆ ਉਸ ਦੇ ਵਿੱਚ ਆਪਾਂ ਗੱਲ ਕਰਦੇ। ਸੋ ਸੋਸ਼ਲ ਮੀਡੀਆ ਦੀ ਜੇ ਆਪਾਂ ਗੱਲ ਕਰੀਏ ਡੈਫੀਨੇਟਲੀ ਇਹ ਹੀਰਿੰਗ ਹੋਈ ਆ, ਪਰ ਜੇ ਆਪਾਂ ਡਿਸਕਸ ਕਰੀਏ ਪ੍ਰੋਬਲਮ ਅਤੇ ਕੰਸਰਨ ਕਿਹੜੇ ਨੇ। ਸੋਸ਼ਲ ਮੀਡੀਆ ਇੱਕ ਟਾਈਮ ਦੇ ਉੱਤੇ ਦੇਖੋ ਵੀ ਇੱਕ ਵਰਦਾਨ ਦੇ ਰੂਪ ਦੇ ਉੱਤੇ ਦੇਖਿਆ ਗਿਆ, ਖਾਸ ਕਰਕੇ ਮਾਈਨੋਰਟੀਜ਼ ਜਿਨ੍ਹਾਂ ਦੀ ਆਵਾਜ਼ ਦੱਬੀ ਜਾਂਦੀ। ਉਹ ਕਹਿੰਦੇ ਵੀ ਸਾਨੂੰ ਇੱਕ ਥਾਂ ਮਿਲੀ, ਇੱਕ ਸਪੇਸ ਮਿਲੀ ਆਪਣੇ ਕੰਸਰਨਸ, ਆਪਣੀਆਂ ਜਿਹੜੀਆਂ ਚੀਜ਼ਾਂ ਆ ਉਸ ਨੂੰ ਪਹੁੰਚਾਉਣ ਦੇ ਲਈ। ਪਰ ਜਿੱਥੇ ਇਸ ਦੇ ਫਾਇਦੇ ਆ ਉੱਥੇ ਉਨੇ ਜਿਹੜੇ ਨਾਲ ਇਸ ਦੇ ਨੁਕਸਾਨ ਜਿਹੜੇ ਹੁਣ ਉਹ ਸਾਹਮਣੇ ਆ ਰਹੇ ਆ। ਔਨਲਾਈਨ ਪ੍ਰੈਡੇਟੋਰੀ ਜਿਹੜੀਆਂ ਚੀਜ਼ਾਂ ਬੱਚਿਆਂ ਦੇ ਨਾਲ ਇਸ ਤਰੀਕੇ ਦੇ ਨਾਲ ਕਰਨਾ, ਡਰੱਗਸ, ਬੁਲਿੰਗ, ਅਡਿਕਸ਼ਨ, ਮੈਂਟਲ ਹੈਲਥ, ਸੈਕਸ਼ੂਅਲ ਐਕਸਪਲੋਇਟੇਸ਼ਨ, ਅੱਜ ਕੱਲ੍ਹ ਸਾਈਬਰ ਕਿਡਨੈਪਿੰਗ, ਹੋਰ ਕਿੰਨਾ ਕੁਛ ਜਿਹੜਾ ਉਹ ਇਸ ਟਾਈਮ ਚੱਲ ਰਿਹਾ। ਜੇ ਆਪਾਂ ਡਿਸਕਸ ਕਰੀਏ ਇਹ ਟੈਕਨੋਲੋਜੀ ਦੇ ਇਹਦੀਆਂ ਪ੍ਰੋਬਲਮਸ ਤੇ ਕੰਸਰਨ ਸੋਸ਼ਲ ਮੀਡੀਆ ਦੀ, ਇਹਦੇ ਵਿੱਚ ਹੋਰ ਕੀ ਕੀ ਆਪਾਂ ਦੇਖਦੇ ਹਾਂ। ਹਾਂਜੀ, ਸੋ ਸਾਈਬਰ ਬੁਲਿੰਗ ਇੱਕ ਬੜੀ ਵੱਡੀ ਚੀਜ਼ ਆ ਹੈ ਨਾ। ਉਹਦੇ ਵਿੱਚ ਇਹ ਆ ਖਾਸ ਤੌਰ ਤੇ ਜਦੋਂ ਬੱਚੇ ਟੀਨ ਏਜ ਦੇ ਵਿੱਚ ਹੁੰਦੇ ਆ ਉਹਦੇ ਪ੍ਰਭਾਵ ਦੇ ਵਿੱਚ ਜ਼ਿਆਦਾ ਹੁੰਦੇ ਆ। ਸੋ ਉਹਦੇ ਬਾਰੇ ਕਾਫੀ ਚਲੋ ਗੱਲਾਂ ਬਾਤਾਂ ਹੋ ਚੁੱਕੀਆਂ। ਥੋੜ੍ਹੀ ਜਿਹੀ ਆਪਾਂ ਗੱਲ ਕਰ ਲੈਂਦੇ ਕਿ ਜਿੱਦਾਂ ਕਲਾਸ ਵਿੱਚ ਇੱਕ ਦੂਜੇ ਨੂੰ ਬੁਲਿੰਗ ਪਹਿਲਾਂ ਹੈ ਨਾ ਇੱਕ ਲਿਮਿਟਡ ਸਰਕਲ ਦੇ ਵਿੱਚ ਹੁੰਦੀ ਸੀ, ਸਕੂਲਾਂ ਵਿੱਚ ਹੁੰਦੀ ਸੀ ਜਾਂ ਸੁਸਾਇਟੀ ਵਿੱਚ ਹੁੰਦੀ ਸੀ। ਉਸ ਤੋਂ ਬਾਅਦ ਇਹ ਜਿਹੜਾ ਕੰਮ ਆ ਇਹ ਕਾਫੀ ਵਰਲਡ ਵਾਈਡ ਕਹਿ ਲਓ ਸਾਈਬਰ ਹੋਣ ਕਰਕੇ ਸਾਰੇ ਆਪਸ ਕਨੈਕਟ ਹੋਣ ਕਰਕੇ ਉੱਥੇ ਪਹੁੰਚ ਗਿਆ ਹੈ ਨਾ। ਬੱਚਿਆਂ ਦੀਆਂ ਫੋਟੋਆਂ ਉਹਨਾਂ ਨੂੰ ਲੈ ਕੇ ਆਲਟਰ ਕਰਕੇ ਉਹਦੇ ਵਿੱਚ ਚੇਂਜਿਸ ਕਰਕੇ ਹੈ ਨਾ ਕਈ ਤਰ੍ਹਾਂ ਦੇ ਉਹ ਜਿਹੜੇ ਹੈਗੇ ਆ ਉਹ ਐਗਜ਼ਿਸਟ ਕਰਦੇ ਆ। ਸੋ ਉਹ ਇੱਕ ਵੱਡੀ ਚੀਜ਼ ਹੋ ਗਈ। ਤੇ ਦੂਸਰੀ ਚੀਜ਼ ਇਹ ਹੋ ਗਈ ਰਾਜਕਰਨ ਕਿ ਕਿਉਂਕਿ ਜਿਹੜੇ ਸੋਸ਼ਲ ਮੀਡੀਆ ਦੇ ਵਰਤੋਂ ਦੇ ਨਾਲ ਇਨਕ੍ਰਿਪਟਡ ਹੁੰਦੇ ਆ ਕਾਫੀ ਮੈਸੇਜਸ ਹੈ ਨਾ, ਖਾਸ ਤੌਰ ਤੇ ਜਾਂ ਇਨਕ੍ਰਿਪਟਡ ਵੀ ਕਹਿ ਲਓ ਜਾਂ ਪੇਰੈਂਟਸ ਤੋਂ ਬਚਣ ਦੇ ਵਾਸਤੇ ਜਾਂ ਕਿਸੇ ਤੋਂ ਬਚਣ ਦੇ ਵਾਸਤੇ ਉਹਨਾਂ ਦੇ ਫੀਚਰ ਇਹ ਹੁੰਦੇ ਕਿ ਜਿਹੜੇ ਮੈਸੇਜਸ ਓਵਰ ਦ ਪੀਰੀਅਡ ਆਫ ਟਾਈਮ ਇਰੇਜ਼ ਹੋ ਜਾਂਦੇ ਆ। ਘੰਟੇ ਬਾਅਦ ਤੁਸੀਂ ਟਾਈਮ ਸੈੱਟ ਕਰ ਸਕਦੇ ਹੋ, ਕਾਫੀ ਐਪਸ ਇੱਦਾਂ ਤੁਹਾਨੂੰ ਅਲਾਓ ਕਰਦੀਆਂ। ਸੋ ਕ੍ਰਿਮੀਨਲਸ ਜਿਹੜੇ ਪ੍ਰੈਡੇਟੋਰੀ ਤੁਸੀਂ ਗੱਲ ਕੀਤੀ ਉਹਦੇ ਵਿੱਚ ਜਿੱਦਾਂ ਮੈਂ ਆਪਣੇ ਨਿੱਜੀ ਤੌਰ 'ਤੇ ਦੱਸ ਦਿੰਦਾ ਕਿ ਮੈਂ ਪਰਸਨਲੀ ਤੌਰ 'ਤੇ ਵੀ ਕੁਛ ਲੋਕਾਂ ਨੂੰ ਜਾਣਦਾ, ਮੇਰੇ ਸਰਕਲ ਦੇ ਵਿੱਚ ਹੈਗੇ ਆ ਹੈ ਨਾ, ਜਿਨ੍ਹਾਂ ਦੇ ਬੱਚੇ ਜਿਹੜੇ ਸੋਸ਼ਲ ਮੀਡੀਆ ਦੇ ਥਰੂ ਡਰੱਗਸ ਦੀ ਭੇਟ ਚੜ੍ਹ ਗਏ
ਕਿਉਂਕਿ ਉਹਨੂੰ ਸੋਸ਼ਲ ਮੀਡੀਆ ਤੋਂ ਕੁਛ ਚੀਜ਼ ਇੱਦਾਂ ਹੋਈਆਂ। ਮੈਂ ਕਿਸੇ ਨੂੰ ਜਾਣਦਾ ਅੱਗੇ ਕਿਸੇ ਨੂੰ ਇਸ ਤਰ੍ਹਾਂ ਜਾਣਦੇ ਵੀ ਤੁਸੀਂ ਹੈ ਨਾ ਕਰ ਸਕਦੇ। ਅਤੇ ਇਹ ਇਕੱਲੀ ਜਦੋਂ ਮੈਂ ਇਹ ਮੇਰੇ ਲਈ ਨਵੀਂ ਚੀਜ਼ ਸੀ, ਪਰ ਜਦੋਂ ਮੈਂ ਥੋੜ੍ਹੀ ਰਿਸਰਚ ਕੀਤੀ ਔਨਲਾਈਨ ਜਾ ਕੇ, ਮੈਂ ਜਾ ਕੇ ਦੇਖਿਆ ਕਿ ਇਹ ਚੀਜ਼ ਕਾਫੀ ਕਾਮਨ ਆ, ਹੈ ਨਾ। ਸੈਨੇਟ ਦੇ ਵਿੱਚ ਵੀ ਕਈ ਪੇਰੈਂਟਸ ਇੱਦਾਂ ਦੇ ਹੈਗੇ ਸੀ ਜਿਨ੍ਹਾਂ ਦੇ ਬੱਚਿਆਂ ਨੇ ਫੈਂਟਾਨਾਈਲ ਡਰੱਗ ਕਾਫੀ ਜ਼ਹਿਰੀਲੀ ਮੰਨੀ ਜਾਂਦੀ ਆ, ਜਾਂ ਡਰੱਗ ਲੇਸਡ ਵਿਦ ਫੈਂਟਾਨਾਈਲ, ਉਹ ਸੋਸ਼ਲ ਮੀਡੀਆ ਦੇ ਥਰੂ ਮੰਗਵਾਈ ਜਾਂ ਉਹਨਾਂ ਕੋਲ ਪਹੁੰਚੀ ਅਤੇ ਉਹਦੇ ਨਾਲ ਉਹ ਰੱਬ ਨੂੰ ਪਿਆਰੇ ਹੋਏ। ਸੋ ਉਹਨਾਂ ਦੇ ਕੁਛ ਪੇਰੈਂਟਸ ਵੀ ਪਿੱਛੇ ਹੋ ਕੇ ਬੈਠੇ ਹੋਏ ਸੀ, ਹੈ ਨਾ। ਸੋ ਉਸ ਤੋਂ ਬਾਅਦ ਆਪਾਂ ਕਰਦੇ ਆ ਐਡਿਕਸ਼ਨ ਦੀ ਗੱਲ। ਐਡਿਕਸ਼ਨ ਇੱਕ ਜਨਰਲ, ਇਹਦੇ ਬਾਰੇ ਆਪਾਂ ਡੈਡੀਕੇਟਡ ਟਾਕ ਸ਼ੋ ਵੀ ਕੀਤਾ। ਸਾਡੇ ਸਰੋਤੇ ਜਾਂ ਵਿਊਅਰਸ ਉਸ ਟਾਕ ਸ਼ੋ ਨੂੰ ਦੇਖ ਸਕਦੇ ਕਿ ਕਿੱਦਾਂ ਕੰਬੀਨੇਸ਼ਨ ਆਫ ਹਾਰਡਵੇਅਰ ਐਂਡ ਸੋਫਟਵੇਅਰ ਐਪਸ ਸੋਸ਼ਲ ਮੀਡੀਆ ਦੀਆਂ ਅਤੇ ਜਿਹੜੇ ਉਹਨਾਂ ਦੇ ਹਾਰਡਵੇਅਰ ਫੋਨਸ ਬਣਾਈ ਇਸ ਹਿਸਾਬ ਦੇ ਨਾਲ ਹੁੰਦੇ ਆ ਕਿ ਅਸੀਂ ਐਡਿਕਟ ਹੋ ਜਾਂਦੇ ਹਾਂ। ਸਾਨੂੰ ਟੈਂਪਰੇਰੀ ਤੌਰ ਦੇ ਉੱਤੇ, ਜਿਹਨੂੰ ਹੈ ਨਾ ਗੁੱਡ ਹਾਰਮੋਨ ਜਿਹੜਾ ਹੁੰਦਾ ਉਹ ਰਿਲੀਜ਼ ਹੁੰਦਾ ਜਦੋਂ ਅਸੀਂ ਫੋਨ ਫੜ ਕੇ ਬਹਿੰਦੇ ਹਾਂ, ਡੋਪਾਮੀਨ ਕਹਿੰਦੇ ਜਿਹਨੂੰ ਜੀ। ਸੋ ਉਹ ਇਹ ਜਿਹੜੀ ਐਡਿਕਸ਼ਨ ਹੈ ਇੰਟੈਂਸ਼ਨਲ ਵੀ ਹੁੰਦੀ ਹੈ। ਐਪਸ ਜਾਂ ਹੈ ਨਾ ਬਿਹੇਵੀਅਰ ਸਾਇੰਟਿਸਟ ਵਾਲੇ ਸਾਈਕੋਲੋਜੀਕਲ ਬੰਦੇ ਜਿਹੜੇ ਉਹ ਬੈਠੇ ਹੁੰਦੇ ਕਿ ਵੱਧ ਤੋਂ ਵੱਧ ਜਿਹੜੇ ਲੋਕੀ ਆ ਇਸ ਦੇ ਉੱਤੇ ਟਾਈਮ ਸਪੈਂਡ ਕਰਨ, ਹੈ ਨਾ। ਸੋ ਇਹ ਇੰਟੈਂਸ਼ਨਲ ਆ। ਅਤੇ ਮੈਂਟਲ ਹੈਲਥ ਦੀ ਤੁਸੀਂ ਆਲਰੇਡੀ ਗੱਲ ਕੀਤੀ ਆ ਕਿ ਜਿਹੜੇ ਆਪਣੇ ਸਰਜਨ ਜਨਰਲ ਨੇ ਵੀ ਇਹਦੇ ਬਾਰੇ ਵਾਰਨਿੰਗ ਦਿੱਤੀ ਆ, ਹੈ ਨਾ। ਉਹ ਸਾਰੀ ਇਹਨਾਂ ਚੀਜ਼ਾਂ ਦਾ ਕੰਬੀਨੇਸ਼ਨ ਹੀ ਆ ਵੀ ਜਦੋਂ ਅਸੀਂ ਟਾਈਮ ਜ਼ਿਆਦਾ ਸੋਸ਼ਲ ਮੀਡੀਆ 'ਤੇ ਸਪੈਂਡ ਕਰਦੇ ਹਾਂ ਅਤੇ ਜਿਹੜਾ ਬਾਹਰ ਜਾਣਾ ਆਉਣਾ ਹੁੰਦਾ ਆਪਣਾ ਲੋਕਾਂ ਦੇ ਨਾਲ ਇੰਟਰੈਕਸ਼ਨ ਆ, ਜਿਹੜੀ ਰੀਅਲ ਹਿਊਮਨ ਟੂ ਹਿਊਮਨ ਇੰਟਰੈਕਸ਼ਨ ਉਹ ਘੱਟ ਜਾਂਦੀ ਆ, ਅਤੇ ਉਹ ਇੱਕ ਕਾਰਨ ਬਣਦਾ ਮੈਂਟਲ ਹੈਲਥ ਇਸ਼ੂ, ਇਨ ਐਡੀਸ਼ਨ ਟੂ ਜਿਹੜੀ ਬੁਲਿੰਗ, ਡਰੱਗਸ, ਹੈ ਨਾ, ਇਹ ਸਾਰੀਆਂ ਚੀਜ਼ਾਂ ਦੇ ਨਾਲ। ਸੋ ਕੁੱਲ ਮਿਲਾ ਕੇ ਗੱਲ ਇਹ ਆ ਕਿ ਇਹਦੀ ਜਿਹੜੀ ਦੇਖਣ 'ਚ ਇਹ ਆਇਆ ਕਿ ਜਿਹੜੀ ਓਵਰ ਦਾ ਪੀਰੀਅਡ ਆਫ ਟਾਈਮ ਸੋਸ਼ਲ ਮੀਡੀਆ ਦੀ ਦੁਰਵਰਤੋਂ ਬਹੁਤ ਜ਼ਿਆਦਾ ਹੋ ਰਹੀ ਹੈ, ਅਤੇ ਇਹਦੇ ਕਰਕੇ ਕੁਛ ਨਾ ਕੁਛ ਜਿਹੜੇ ਲਾਅ ਮੇਕਰਸ ਆ ਉਹਨਾਂ ਨੂੰ ਕਹਿ ਲਓ ਕਿ ਲੋਕਾਂ ਨੂੰ ਦਿਖਾਉਣ ਵਾਸਤੇ ਕੁਛ ਨਾ ਕੁਛ ਉਹਨਾਂ ਨੂੰ ਕਰਨਾ ਪੈਣਾ ਸੀ, ਜਿਹਦੇ ਵਿੱਚ ਅਸੀਂ ਸੈਨੇਟ ਹੀਅਰਿੰਗ ਜਿਹੜੀ ਆ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਮੇਰੇ ਓਪੀਨੀਅਨ ਦੇ ਅਨੁਸਾਰ। ਜੀ ਬਿਲਕੁਲ। ਆਪਾਂ ਇੱਕ ਪਾਸੇ ਦੇਖ ਰਹੇ ਹਾਂ ਹਰਵਿੰਦਰ ਵੀ AI ਵਾਲੇ ਕਹਿੰਦੇ ਵੀ ਸਾਨੂੰ ਰੈਗੂਲੇਟ ਕਰੋ, ਇੱਥੇ ਜਿਹੜੀ ਆਹ ਵੱਧ ਰੈਗੂਲੇਸ਼ਨ ਦੀ, ਅਤੇ ਨਾਲ ਦੇ ਨਾਲ ਇਹ ਵੀ ਜਿਹੜੀ ਮੰਗ ਕੀਤੀ ਜਾ ਰਹੀ ਵੀ ਸੋਸ਼ਲ ਮੀਡੀਆ ਨੂੰ ਵੀ ਜ਼ਿੰਮੇਵਾਰ ਬਣਾਇਆ ਜਾਵੇ। ਰੀਸੈਂਟਲੀ ਪਿਛਲੇ ਸਾਲਾਂ 'ਚ ਖਬਰਾਂ ਜਿਹੜੀਆਂ ਆਈਆਂ ਟਿਕਟੋਕ ਦੇ ਚੈਲੰਜਸ ਕਰਕੇ ਜਾਂ ਹੋਰ ਚੈਲੰਜਸ ਕਰਕੇ ਲੋਕਾਂ ਦੀਆਂ ਜਾਨਾਂ ਚਲੀ ਗਈਆਂ। ਕਈ ਸਕੂਲ ਡਿਸਟ੍ਰਿਕਟਸ ਨੇ ਇਹਨਾਂ ਦੇ ਉਲਟ ਲਾਸੂਟ ਵੀ ਜਿਹੜੇ ਉਹ ਕੀਤੇ ਹੋਏ ਆ। ਹੋਰ ਵੀ ਬਹੁਤ ਸਾਰੇ ਜਿਹੜੇ ਅਟਾਰਨੀ ਜਨਰਲਸ ਆ ਸਟੇਟਸ ਦੇ, ਉਹਨਾਂ ਦੇ ਦੁਆਰਾ ਸੋਸ਼ਲ ਮੀਡੀਆ ਨੂੰ ਇਸੇ ਰੱਸੇ ਜਿਹੜਾ ਉਹ ਬੰਨ੍ਹਿਆ ਜਾਂਦਾ ਹੈਗਾ ਆ। ਸੋ ਇਹ ਤਾਂ ਹੁਣ ਆਪਾਂ ਨੂੰ ਮੰਨਣਾ ਹੀ ਪੈਣਾ ਆ ਵੀ ਇਹ ਜਿਹੜੀਆਂ ਪ੍ਰੋਬਲਮਸ ਅਤੇ ਕੰਸਰਨਸ ਇਹ ਬਹੁਤ ਅਹਿਮ ਨੇ। ਆਮ ਲੋਕਾਂ ਨੂੰ, ਨਿਆਣਿਆਂ ਨੂੰ ਦੇਖੋ, ਜਿਹੜਾ ਤਾਂ ਅਡਲਟ ਆ ਉਹ ਚੱਲ ਕਿਸੇ ਕੰਮ ਦੇ ਉੱਤੇ ਲੱਗਾ ਆ, ਉਹਨੇ ਕੋਈ ਜ਼ਿੰਦਗੀ ਦਾ ਬਣਾ ਵੀ ਲਿਆ, ਕਈ ਤਾਂ ਵੀ ਫਸੇ ਪਏ ਆ। ਜਿਹੜੇ ਨੌਜਵਾਨ ਆ ਜੇ ਬਿਲਕੁਲ ਹੀ ਇਹਦੇ ਵਿੱਚ ਫਸਦੇ ਜਾਣਗੇ ਉਹਨਾਂ ਦੇ ਲਈ ਬੜਾ ਔਖਾ ਅੱਗੇ ਜਿਹੜਾ ਜੀਵਨ ਆ ਉਹ ਬਣ ਜਾਊਗਾ। ਸੋ ਇਹਨੂੰ ਜਿਹੜਾ ਉਹ ਦੇਖਣਾ ਕਾਫੀ ਚਿੰਤਾਜਨਕ ਆ। ਆਪਾਂ ਆਪਣੀ ਕਮਿਊਨਿਟੀ ਦੇ ਵਿੱਚ ਹਰਵਿੰਦਰ ਕਿੱਦਾਂ ਜਿਹੜਾ ਉਹ ਦੇਖਦੇ ਹਾਂ ਇਹ ਐਡਿਕਸ਼ਨਸ, ਬੁਲਿੰਗ ਆਪਣੇ ਬੰਦੇ ਕਾਫੀ ਬੱਚੇ ਜਿਹੜੇ ਬੁਲਿੰਗ ਦਾ ਸ਼ਿਕਾਰ ਵੀ ਹੁੰਦੇ ਆ, ਮੈਂਟਲ ਹੈਲਥ ਦੀਆਂ ਵੀ ਪ੍ਰੋਬਲਮ ਆਉਣ ਲੱਗੀਆਂ। ਜੇ ਆਪਾਂ ਆਪਣੀ ਕਮਿਊਨਿਟੀ ਦੇ ਵਿੱਚ ਇਹ ਪ੍ਰੋਬਲਮ ਅਤੇ ਕੰਸਰਨਸ ਨੂੰ ਦੇਖੀਏ ਕਿੱਦਾਂ ਦਾ ਆ, ਅਤੇ ਕੀ ਕੋਈ ਇਹਦੇ ਉੱਤੇ ਕੋਈ ਵਰਕ ਹੋ ਰਿਹਾ, ਕੰਮ ਹੋ ਰਿਹਾ? ਹਾਂਜੀ। ਸੋ ਰਾਜਕਰਨ, ਆਪਾਂ ਇੱਦਾਂ ਕਰਦੇ ਕਿ ਆਪਾਂ ਆਪਣੀ ਕਮਿਊਨਿਟੀ ਉੱਤੇ ਆਪਣੇ ਪ੍ਰੋਗਰਾਮ ਦੇ ਅਖੀਰ ਵਿੱਚ ਗੱਲਬਾਤ ਕਰਦੇ ਹਾਂ। ਮੈਂ ਕੁਛ ਡੇਟਾ ਉਹਦੇ ਲਈ ਕਲੈਕਟ ਕੀਤਾ, ਹੈ ਨਾ। ਸੋ ਆਪਾਂ ਪਹਿਲਾਂ ਜਿਹੜਾ ਟਾਕ ਸ਼ੋ ਨੂੰ ਆਪਾਂ ਰੱਖੀਏ, ਜਿਹੜੀ ਇਹ ਸੈਨੇਟ ਹੀਅਰਿੰਗ ਆਪਾਂ ਉਹਨੂੰ ਥੋੜ੍ਹਾ ਜਿਹਾ ਹੋਰ, ਮੈਨੂੰ ਆ ਵੀ ਕੁਛ ਚੀਜ਼ਾਂ ਉਹ 'ਚ ਇੱਦਾਂ ਹੋਈਆਂ ਜਿਹਦੇ ਬਾਰੇ ਆਪਾਂ ਥੋੜ੍ਹਾ ਹੋਰ ਵਿਸਥਾਰ ਨਾਲ ਗੱਲ ਕਰੀਏ, ਫਿਰ ਆਪਾਂ ਆਪਣੀ ਗੱਲਬਾਤ ਦੇ ਉੱਤੇ ਉਹਨੇ ਕਿ ਆਪਾਂ ਕੀ ਕਰ ਸਕਦੇ। ਇਹਦੇ ਵਿੱਚ ਆਪਾਂ ਹਰਵਿੰਦਰ ਚਲੋ ਇਸੇ ਚੀਜ਼ ਅੱਗੇ ਵਧੀਏ, ਅਤੇ ਉਸ ਹੀਅਰਿੰਗ ਦੇ ਵਿੱਚ ਜਿਹੜੇ ਨਿਆਣੇ ਸੀਗੇ, ਕਈ ਯੰਗਸਟਰ ਸੀਗੇ ਜੀ, ਆਈ ਐਮ ਵਰਥ ਮੋਰ ਦੈਨ $270 ਟੀ-ਸ਼ਰਟਸ ਜਿਹੜੀਆਂ ਉਹ ਪਾ ਕੇ ਆਏ ਆ। ਇਹ ਰੈਫਰੈਂਸ ਦਾ ਥੋੜ੍ਹਾ ਐਕਸਪਲੇਨ ਕਰੋ, ਕਿਉਂਕਿ ਕੰਪਨੀਆਂ ਇਹ ਸੋਸ਼ਲ ਮੀਡੀਆ ਜਿੱਦਾਂ ਤੁਸੀਂ ਕਿਹਾ ਵੀ ਐਡਿਕਸ਼ਨ ਦੇ ਤੌਰ ਦੇ ਉੱਤੇ ਇਹ ਲੈ ਕੇ ਆਉਂਦੀਆਂ, ਇਹ ਆਪ ਹੀ ਇਸ ਨੂੰ ਵਰਤਣਾ ਐਡਿਕਸ਼ਨ ਆ, ਕਿਉਂਕਿ ਉਹਨਾਂ ਨੇ ਇਹਦੇ ਵਿੱਚੋਂ ਮਨੀ ਕਮਾਉਣੀ ਆ, ਡਾਲਰ ਕਮਾਉਣੇ ਆ। ਸੋ ਇਹ ਜਿਹੜਾ ਯੂਥ ਦੇ ਦੁਆਰਾ ਇਹ ਟੀ-ਸ਼ਰਟਸ ਪਾ ਕੇ ਆਉਣਾ, ਇਹ ਕੀ ਰੈਫਰੈਂਸ ਆ ਅਤੇ ਕੀ ਸੁਨੇਹਾ ਦੇਣ ਦੀ ਕੋਸ਼ਿਸ਼? ਹਾਂਜੀ। ਸੋ ਜਿਹੜੀ ਟੀ-ਸ਼ਰਟਸ ਕੁਛ ਐਕਟੀਵਿਸਟ ਹੈਗੇ ਸੀ ਵੱਖ-ਵੱਖ ਕਮਿਊਨਿਟੀਜ਼ ਦੇ, ਉਹ ਯੂਥ ਐਕਟੀਵਿਸਟ, ਉਹਨਾਂ ਇਸ ਹੀਅਰਿੰਗ ਦੇ ਵਿੱਚ
ਜਿਹੜਾ ਸਲੋਗਨ ਉੱਤੇ ਲਿਖਿਆ ਸੀ ਆਈ ਐਮ ਵਰਥ ਮੋਰ ਦੈਨ $270 Yep. $270 ਤੇ ਉਹਦੇ ਵਿੱਚ ਰਾਜਕਰਨ ਬੇਸਿਕਲੀ ਉਹਦੀ ਥੋੜਾ ਮੈਂ ਕੰਟੈਕਸਟ ਇਹ ਦੱਸ ਦਿੰਦਾ ਤੇ ਮੈਂ ਵੀ ਦੱਸ ਦਿੰਦਾ ਇਹ ਗੱਲਬਾਤ ਉਹਦੇ ਵਿੱਚ ਕਿੱਦਾਂ ਆਈ ਹੀਅਰਿੰਗ ਦੇ ਵਿੱਚ ਕਿ ਜਦੋਂ ਸੈਨੇਟਰ ਮਾਰਸ਼ਾ ਬਲੈਕਬਰਨ ਉਹਨਾਂ ਨੇ ਮਾਰਕ ਜ਼ਕਰਬਰਗ ਨੂੰ ਇੱਕ ਰੈਫਰੈਂਸ ਵੀ ਦਿੱਤੀ ਹੈ ਨਾ ਵੀ ਉਹਨਾਂ ਦੇ ਜਿਹੜੇ ਕੰਪਨੀ ਦੇ ਇੰਟਰਨਲ ਡਾਕੂਮੈਂਟਸ ਆ ਉਹ ਕੀ ਕਹਿੰਦੇ ਆ ਉਹਦੇ ਵਿੱਚ ਇਹ ਐਸਟੀਮੇਟ ਲਾਉਂਦੇ ਆ ਰਾਜਕਰਨ ਕਿ ਜੇ 13 ਸਾਲ ਦਾ ਕੋਈ ਟੀਨ ਸੋਸ਼ਲ ਮੀਡੀਆ ਦੇ ਉੱਪਰ ਆ ਜਾਂਦਾ ਤੇ ਥਰੂ ਆਊਟ ਦਾ ਲਾਈਫ ਟਾਈਮ ਜਿੰਨਾ ਉਹ ਟਾਈਮ ਸਪੈਂਡ ਕਰਦੇ ਆ ਉਹਦੀ ਇੱਕ ਟੀਨ ਯੂਜ਼ਰ ਦੀ ਜਿਹੜੀ ਵੈਲਿਊ ਆ $270 ਆ ਯਾਨੀ $270 ਸੋ ਇੱਕ ਕਿਹੜੀ ਈਵਲ ਜੀ ਗੱਲ ਆ ਇਹ ਦੇਖਣ ਨੂੰ ਆਪਾਂ ਨੂੰ ਮਿਲਦੀ ਆ ਤੇ ਉਹਦੇ ਉੱਤੇ ਉਹਨਾਂ ਨੂੰ ਕੁਐਸਚਨਿੰਗ ਕੀਤੀ ਗਈ ਜਿਹੜੇ ਸੈਨੇਟਰ ਬਲੈਕਬਰਨ ਸੀ ਉਹਨਾਂ ਕਿਹਾ ਵੀ ਇਹ ਤੁਸੀਂ ਪੋਸੀਬਲੀ ਇਦਾਂ ਕਿੱਦਾਂ ਸੋਚਿਆ ਹੈ ਨਾ ਵੀ ਤੁਸੀਂ ਲੋਕਾਂ ਨੂੰ ਇੱਕ ਪ੍ਰੋਡਕਟ ਦੇ ਵਾਂਗੂ ਵੇਚ ਰਹੇ ਹੋ ਪ੍ਰੋਡਕਟ ਵਾਂਗੂ ਸੈਲ ਕਰ ਰਹੇ ਹੋ ਹੈ ਨਾ ਤੇ ਸਾਡੇ ਜਿਹੜੇ ਬੱਚੇ ਸਾਡੀ ਪ੍ਰਾਇੋਰਟੀ ਹੋਣੀ ਚਾਹੀਦੀ ਨਾ ਕਿ ਕੋਈ ਪ੍ਰੋਡਕਟ ਹੋਣਾ ਚਾਹੀਦਾ ਹੈ ਨਾ ਉਹ ਇੱਕ ਬੜੀ ਟੈਂਸ ਜੀ ਕਨਵਰਸੇਸ਼ਨ ਹੋਈ ਸੀ ਸੋ ਇਹ ਵੀ ਥੋੜਾ ਜਿਹਾ ਇਹ ਕੰਪਨੀ ਦੀ ਇੰਟਰਨਲ ਰਿਪੋਰਟ ਤੋਂ $270 ਜਿਹੜੀ ਆ ਵੈਲਿਊ ਆਉਂਦੀ ਆ ਉਹਨਾਂ ਦੀ ਆਪਣੀ ਈਮੇਲ ਇੱਕ ਆਈ ਸੀਗੀ ਉਦੋਂ ਫੜੀ ਹਾਂਜੀ ਸੋ ਇਹਦੀ ਹੋਰ ਮੈਂ ਵੀ ਇੱਥੇ ਵੀ ਜ਼ਿਕਰਯੋਗ ਆ ਰਾਜਕਰਨ ਕਿ ਇਸੇ ਦੇ ਬੇਸ ਦੇ ਉੱਤੇ ਹੀ ਜੇ ਤੁਹਾਨੂੰ ਚੇਤਾ ਹੋਏ ਪਿੱਛੇ ਜੇ ਆਪਾਂ ਗੱਲ ਵੀ ਕੀਤੀ ਸੀ ਕਿ 41 ਸਟੇਟ ਅਮਰੀਕਾ ਦੇ 41 ਸਟੇਟਸ ਦੇ ਅਟਾਰਨੀ ਜਨਰਲ ਨੇ ਉਹਨਾਂ ਨੇ ਮੈਟਾ ਦੇ ਖਿਲਾਫ ਕੇਸ ਲੈ ਕੇ ਆਂਦਾ ਹੈ ਨਾ ਕਿ ਜਿਹੜੇ ਉਹਨਾਂ ਦਾ ਪ੍ਰੋਡਕਟਸ ਆ ਦੋਹੇ ਖਾਸ ਤੌਰ ਤੇ ਇੰਸਟਾਗ੍ਰਾਮ ਉਹ ਐਡਿਕਟਿਵ ਆ ਟੀਨਸ ਦੇ ਵਾਸਤੇ ਉਹਦੇ ਵਿੱਚ ਇਹ ਕਹਿੰਦੇ ਹਾਂਜੀ ਤੇ ਉਹਦੇ ਵਿੱਚ ਜਿਹੜੀ ਇੰਟਰਨਲ ਕੰਪਨੀ ਈਮੇਲ ਆ ਉਹਦਾ ਰੈਫਰੈਂਸ ਦਿੱਤਾ ਕਿ ਲਾਈਫ ਟਾਈਮ ਵੈਲਿਊ ਆਫ 13-year-old teen is roughly $270 ਸੋ ਇਹ ਮੈਨੂੰ ਇਹ ਲੱਗਦਾ ਕਿ ਕਿਹੜੇ ਟਾਈਮ ਦੇ ਵਿੱਚ ਆਪਾਂ ਪਹੁੰਚ ਗਏ ਆ ਕਿ ਨਿਆਣਿਆਂ ਦਾ ਮੁੱਲ ਪੈ ਰਿਹਾ ਜੀ ਨਿਆਣਿਆਂ ਦਾ ਮੁੱਲ ਸੋਸ਼ਲ ਮੀਡੀਆ ਜਿਹੜੀ ਕੰਪਨੀਆਂ ਦਾ ਪਾਉਣ ਲੱਗ ਪਈਆਂ ਮੈਟਾ ਵਾਲਿਆਂ ਨੇ ਪਾਇਆ $270 ਜਿਹੜੇ ਵੀ ਨਿਆਣੇ ਆ ਸਾਡੇ ਆ ਤੁਹਾਡੇ ਆ ਜਿਹੜੇ ਸੁਣ ਰਹੇ ਆ ਦੇਖ ਰਹੇ ਆ ਮੈਟਾ ਫੇਸਬੁੱਕ ਜਿਹਦੀ ਆਪਾਂ ਧੂਆਂ ਕੱਢੀ ਰੱਖਦੇ ਹਾਂ ਉਹ ਆਪਣੇ ਨਿਆਣਿਆਂ ਦਾ ਮੁੱਲ $270 ਜਿਹੜਾ ਉਹ ਪਾ ਰਹੇ ਆ ਵੀ ਇਹ ਇੰਨੀ ਕਿ ਜਿਹੜੀ ਇਹਦੀ ਲਾਈਫ ਟਾਈਮ ਜਿਹੜੀ ਉਹ ਵੈਲਿਊ ਹੈਗੀ ਆ ਸੋ ਉਹਦੇ ਕਰਕੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆ ਰਹੀਆਂ ਸੋ ਬਾਟਮ ਲਾਈਨ ਜਿੱਦਾਂ ਆਪਾਂ ਆਖਿਆ ਵੀ ਇਹਨਾਂ ਨੂੰ ਪੈਸਿਆਂ ਦੇ ਨਾਲ ਡਾਲਰਾਂ ਦੇ ਨਾਲ ਹੀ ਜਿਹੜਾ ਉਹ ਪ੍ਰੇਮ ਆ ਉਹ ਹਰ ਇੱਕ ਨੂੰ ਵੈਲਿਊ ਦੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਦੇਖ ਰਹੇ ਇੱਥੇ ਇੱਕ ਆਪਾਂ ਬ੍ਰੇਕ ਲਵਾਂਗੇ ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜ ਕੇ ਜਦੋਂ ਵਾਪਸ ਆਉਂਦੇ ਆ ਇਸੇ ਜਿਹੜੀ ਹੀਅਰਿੰਗ ਦੇ ਵਿੱਚ ਕੀ ਹੋਰ ਹਾਈਲਾਈਟਸ ਰਹੀਆਂ ਕੀ ਆਪਾਂ ਇਹ ਤੋਂ ਸਿੱਖਿਆ ਤੇ ਗਾਂ ਕੀ ਕੀਤਾ ਜਾ ਸਕਦਾ ਆ ਉਸ ਉੱਤੇ ਆਪਾਂ ਚਰਚਾ ਕਰਾਂਗੇ ਜੁੜੇ ਰਹਿਣਾ ਇੱਥੇ ਪੰਜਾਬੀ ਰੇਡੀਓ USA ਦੇ ਨਾਲ ਜੀ ਰਾਜ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਚੱਲ ਰਿਹਾ ਪੰਜਾਬੀ ਟੈਕ ਟਾਕ ਮੈਂ ਹਾਂ ਰਾਜਕਨਵੀਰ ਸਿੰਘ ਜੁੜੇ ਹੋਏ ਨੇ ਹਰਵਿੰਦਰ ਸਿੰਘ ਕਾਂਗ ਹਰਵਿੰਦਰ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਰੇ ਮਾਣਯੋਗ ਸਰੋਤੇ ਤੇ ਵਿਊਅਰਸ ਤੇ ਇੱਕ ਵਾਰੀ ਫਿਰ ਤੋਂ ਨਿੱਘਾ ਜੀ ਆਇਆ ਗਏ ਨੇ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਬ੍ਰੇਕ ਤੋਂ ਬਾਅਦ ਹਰਵਿੰਦਰ ਆਪਾਂ ਗੱਲਬਾਤ ਸੈਨੇਟ ਹੀਅਰਿੰਗ ਦੀ ਕਰ ਰਹੇ ਸੀ ਸੋਸ਼ਲ ਮੀਡੀਆ ਨੂੰ ਜਿਹੜਾ ਉਹ ਲੈ ਕੇ ਐਕਸਪਲੋਇਟੇਸ਼ਨ ਬੱਚਿਆਂ ਦੀ ਜਿਹੜੀ ਉਸ ਨੂੰ ਲੈ ਕੇ ਪਹਿਲੋਂ ਆਪਾਂ ਕਾਫੀ ਜਿਹੜੀਆਂ ਗੱਲਾਂ ਕੀਤੀਆਂ ਯੰਗ ਐਡਵੋਕੇਟਸ ਨੇ ਟੀ-ਸ਼ਰਟਸ ਵੀ ਜਿਹੜੀਆਂ ਉਹ ਪਾਈਆਂ ਉਸ ਦੇ ਬਾਰੇ ਵੀ ਆਪਾਂ ਚਰਚਾ ਕੀਤੀ ਕਿ ਇਹਨਾਂ ਕੰਪਨੀਆਂ ਦੇ CEO ਤੇ ਜਿਹੜੇ ਲੈਜਿਸਲੇਟਰਸ ਆ ਸੈਨੇਟਰਸ ਆ ਜਿਨ੍ਹਾਂ ਨੇ ਇਹਨਾਂ ਨੂੰ ਸੱਦਿਆ ਸੀ ਸਵਾਲ ਜਵਾਬ ਕੀਤੇ ਆ ਕਿਸੇ ਸਿੱਟੇ ਦੇ ਉੱਤੇ ਕੋਈ ਆਪਾਂ ਪਹੁੰਚੇ ਆ ਜਾਂ ਕੀ ਇਹਨਾਂ ਨੇ ਅੰਤਿਮ ਫੈਸਲਾ ਲਿਆ ਹੈ ਜਾਂ ਗਾਂ ਕੀ ਇਹਨਾਂ ਨੇ ਸੋਚਿਆ ਜੀ ਰਾਜਕਨ ਜਿੱਦਾਂ ਪਹਿਲਾਂ ਆਪਾਂ ਪਿਛਲੇ ਹਿੱਸੇ ਵਿੱਚ ਵੀ ਆਪਣੇ ਸ਼ੋਅ ਦੇ ਵਿੱਚ ਗੱਲਬਾਤ ਕੀਤੀ ਸੀ ਵੀ ਕੱਢਣ ਪਾਉਣ ਨੂੰ ਅਵੇਅਰਨੈਸ ਤੋਂ ਬਿਨਾਂ ਕੁਝ ਵੀ ਨਹੀਂ ਸੀ ਆਪਾਂ ਹੁਣ ਥੋੜੀ ਉਹਦੀ ਡਿਟੇਲ ਦੇ ਵਿੱਚ ਜਾਣਦੇ ਆ ਕਿ ਜਿਹੜੇ ਹੈਡ ਆਫ ਸਨੈਪਚੈਟ ਜਿਨ੍ਹਾਂ ਦੀ ਐਪ ਆ ਸਪਾਈਗਲ ਹੈ ਨਾ ਉਹਨਾਂ ਨੇ ਤੇ ਜ਼ਰੂਰ ਆਫਰ ਕੀਤਾ ਇੱਕ ਨਾ ਬਿੱਲ ਬਣ ਰਿਹਾ ਇਹਦੇ ਬਾਰੇ ਉਹਦਾ ਨਾਮ ਆ ਕੋਸਾ ਕਿਡਸ ਆਨਲਾਈਨ ਸੇਫਟੀ ਐਕਟ ਠੀਕ ਆ ਸੋ ਉਹਦੇ ਉੱਤੇ ਨਾ ਕਿਹਾ ਵੀ ਠੀਕ ਆ ਜੀ ਮੇਰੀ ਪੂਰੀ ਸਪੋਰਟ ਆ ਜਿਹਦੇ ਵਿੱਚ ਹਾਰਮਫੁਲ ਐਡਸ ਤੇ ਪੋਸਟ ਦੀ ਆਪਾਂ ਗੱਲ ਕਰਦੇ ਆ ਐਡਿਕਸ਼ਨ ਈਟਿੰਗ ਡਿਸਆਰਡਰ ਹੈ ਨਾ ਏਸ਼ੀਆ ਦੇ ਵਿੱਚ ਜਾਂ US ਵਿੱਚ ਵੀ ਕਹਿ ਲਓ ਕਾਫੀ ਪਪੂਲਰ ਈਟਿੰਗ ਡਿਸਆਰਡਰ ਸੋਸ਼ਲ ਮੀਡੀਆ ਦੇ ਬੇਸ ਤੇ ਉਸ ਤੋਂ ਬਾਅਦ ਸੁਸਾਈਡ ਦੇ ਨਾਲ ਰਿਲੇਟਡ ਕੁਛ ਉਹਦੇ 'ਚ ਚੀਜ਼ਾਂ ਹੈਗੀਆਂ ਜਿੱਥੋਂ ਅਵੋਇਡ ਕੀਤਾ ਜਾ ਸਕਦਾ ਈਵਨ ਬੱਚਿਆਂ ਦੇ ਅਕਾਊਂਟ ਵਿੱਚ ਸ਼ੋ ਅਪ ਵੀ ਨਾ ਹੋਣ ਉਹ ਕੁਛ ਚੀਜ਼ਾਂ ਹੈਗੀਆਂ ਕਿਡਸ ਆਨਲਾਈਨ ਸੇਫਟੀ ਐਕਟ ਬਿੱਲ ਵਿੱਚ ਹੈ ਨਾ ਸਨੈਪਚੈਟ ਨੇ ਤੇ ਉਹਨੂੰ ਜ਼ਰੂਰ ਕੀਤਾ ਸਪੋਰਟ ਕੀਤਾ ਇਹ ਤੋਂ ਲੈਦਾ ਜਿਹੜੇ ਲਿੰਡਾ ਯਸਰੀਨੋ ਆ ਜਿਹੜੇ ਟਵਿੱਟਰ ਹੁਣ ਐਕਸ ਕਹਿੰਦੇ ਉਹਨੂੰ ਉਹਨਾਂ ਨੇ ਵੀ ਕਿਹਾ ਵੀ ਸਪੋਰਟ ਅਸੀਂ ਕਰਦੇ ਸਿਰਫ ਇਹਨਾਂ ਦੋਹਾਂ ਦੀ ਸਪੋਰਟ ਸੀ ਪਰ ਬਾਕੀ ਜਿਹੜੇ ਤਿੰਨ ਸੀ ਜ਼ਕਰਬਰਗ ਸਾਈਟਰੋਨ ਤੇ ਚਿਊ ਜਿਹੜੇ ਹੈਗੇ ਸੀ ਟਿਕਟੌਕ
ਡਿਸਕਾਰਡ ਤੇ ਮੈਟਾ ਦੇ ਸੀਈਓਸ ਜੀ ਰਿਸਪੈਕਟਿਵਲੀ। ਸੋ ਉਹਨਾਂ ਕਿਹਾ ਵੀ ਨਹੀਂ, ਆਪਾਂ ਨਹੀਂ ਉਹਨੂੰ ਪੈਕਿੰਗ ਕਰਦੇ ਇਸ ਇਨ ਅ ਕਰੰਟ ਫਾਰਮ ਜਿੱਦਾਂ ਐਜ਼ ਇਜ਼ ਹੈਗਾ, ਹੈ ਨਾ। ਤੇ ਉਸ ਤੋਂ ਬਾਅਦ ਜਿਹੜੇ ਐਕਸ ਦੇ ਸੀਈਓ ਆ ਲਿੰਡਾ ਯਾਸਰੀਨ, ਉਹਨਾਂ ਕਿਹਾ ਕਿ ਜਿਹੜੇ ਸ਼ੀਲਡ ਐਕਟ ਆ ਉਹਨੂੰ ਵੀ ਅਸੀਂ ਸਪੋਰਟ ਕਰਦੇ ਹਾਂ, ਹੈ ਨਾ। ਸ਼ੀਲਡ ਐਕਟ ਬਾਰੇ ਮੈਂ ਥੋੜ੍ਹਾ ਜਿਹਾ ਦੱਸ ਦੇਵਾਂ ਕਿ ਸ਼ੀਲਡ ਐਕਟ ਵੀ ਇੱਕ ਐਕਟ ਬਣ ਰਿਹਾ ਜਿਹਦੇ ਵਿੱਚ ਜਿਹੜੇ ਕ੍ਰਿਮੀਨਲ ਪ੍ਰੋਸੀਕਿਊਸ਼ਨ ਅਸੀਂ ਕਰ ਸਕਦੇ ਹਾਂ, ਜਿਹੜੇ ਲੋਕਾਂ ਦੀ ਪ੍ਰਾਈਵੇਟ ਇਮੇਜਸ ਨੂੰ ਆਨਲਾਈਨ ਸ਼ੇਅਰ ਕਰਦੇ ਆ ਵਿਦਆਊਟ ਦੇਅਰ ਕੰਸੈਂਟ, ਹੈ ਨਾ। ਠੀਕ ਹੈ। ਤੇ ਇੱਕ ਹੋਰ ਬਿੱਲ ਹੈਗਾ CSAM, ਉਹਦੇ ਵਿੱਚ ਵੀ ਤੁਸੀਂ ਕ੍ਰੈਕਡਾਊਨ, ਜਿਹੜੇ ਅਥਾਰਟੀਜ਼ ਆ ਉਹਨਾਂ ਕੋਲ ਪਾਵਰ ਹੁੰਦੀ ਕਿ ਉਹ ਕ੍ਰੈਕਡਾਊਨ ਕਰ ਸਕਣ ਚਾਈਲਡ ਸੈਕਸ਼ੂਅਲ ਅਬਿਊਜ਼ਿਵ ਮਟੀਰੀਅਲ ਦੇ ਉੱਤੇ, ਹੈ ਨਾ। ਤੇ ਉਹਦੇ ਵਿੱਚ ਪਰ ਜਿਹੜੇ ਬਾਕੀ ਹੀ ਹੈ ਨਾ, ਉਹਨਾਂ ਨੇ ਇਹਦੀ ਸਪੋਰਟ ਨਹੀਂ ਕੀਤੀ। ਪਰ ਇਹ ਤੋਂ ਅਲੱਗਾ ਜੇ ਤੁਸੀਂ ਮਾਰਕ ਜ਼ਕਰਬਰਗ ਦੀ ਗੱਲ ਕਰ ਲਓ, ਉਹਨੇ ਕਿਹਾ ਵੀ ਸਾਡੇ ਕੁਛ ਇੰਟਰਨਲ ਗੋਲਸ ਹੈਗੇ ਆ, ਹੈ ਨਾ, ਵੀ ਇਹ ਕੁਛ ਜਿਹੜੇ ਬਿੱਲ ਆ ਐਡਰੈਸ ਕਰਦੇ ਆ ਆਨਲਾਈਨ ਸੇਫਟੀ ਨੂੰ। ਪਰ ਉਹਨਾਂ ਆਪਣੇ ਜਿਹੜੇ, ਇੱਕ ਮੈਂ ਵੀ ਦੱਸਾਂ ਕਿ ਮੈਟਾ ਦਾ ਵੀ ਇੱਕ ਪ੍ਰਪੋਜ਼ਲ ਹੈਗਾ ਸੀ ਲੈਜਿਸਲੇਟਿਵ ਦਾ, ਅੱਛਾ, ਵੀ ਜਿਹਦੇ ਵਿੱਚ ਸਾਰੀ ਚੀਜ਼ਾਂ ਨੂੰ ਕਿੱਦਾਂ ਅਸੀਂ ਕੇਅਰ ਕਰ ਸਕਦੇ ਹਾਂ। ਸੋ ਉਹਨਾਂ ਨੇ ਕਿਹਾ ਵੀ ਜਿਹੜੇ ਐਗਜ਼ਿਸਟਿੰਗ, ਮੈਂ ਪੁਰਾਣੇ ਬਿੱਲਾਂ ਦੀ ਗੱਲ ਕੀਤੀ ਹੈ ਨਾ, ਕਿ ਕਿਡਜ਼ ਆਨਲਾਈਨ ਸੇਫਟੀ ਐਕਟ ਹੋ ਗਿਆ, ਸ਼ੀਲਡ ਐਕਟ ਹੋ ਗਿਆ, CSAM ਹੋ ਗਿਆ, ਉਹਨਾਂ ਦੀ ਸਪੋਰਟ ਤਾਂ ਨਹੀਂ, ਪਰ ਉਹਨਾਂ ਕਿਹਾ ਕਿ ਜਿਹੜਾ ਅਸੀਂ ਬਿੱਲ, ਜਿਹੜੇ ਸਾਡਾ ਪ੍ਰਪੋਜ਼ਲ ਆ, ਸਾਡੀ ਫੁੱਲ ਬੈਕਿੰਗ ਉਹਨੂੰ ਹੈਗੀ ਆ। ਸੋ ਕਹਿਣ ਦਾ ਮਤਲਬ ਇਹ ਆ ਕਿ ਕੋਈ ਉੱਥੇ ਕੰਸੈਂਸਸ ਦੀ ਤੁਸੀਂ ਗੱਲ ਕੀਤੀ ਸ਼ੁਰੂ ਵਿੱਚ, ਵੀ ਕੋਈ ਕੰਸੈਂਸਸ ਬਣਿਆ? ਆਨਸਰ ਉਹਦਾ ਹੈਗਾ ਨਹੀਂ, ਕੋਈ ਕੰਸੈਂਸਸ ਨਹੀਂ ਬਣਿਆ। ਸੋ ਲੈਜਿਸਲੇਟਰਸ ਨੇ ਵੀ ਇਹੀ ਗੱਲ ਆਖੀ ਜਿਹੜੇ ਇਸ ਕਮੇਟੀ ਨੂੰ ਲੀਡ ਕਰ ਰਹੇ ਸੀ, ਆਈ ਥਿੰਕ ਡਿਕ ਡਰਬਨ ਜਿਹੜੇ ਆ, ਉਹਨਾਂ ਨੇ ਰੈਪ ਅਪ ਕਰਦੇ ਹੋਏ ਕਿਹਾ ਵੀ ਇਟਸ ਨਾਟ ਇਨਫ ਟੂ ਹੋਲਡ ਅ ਹੀਅਰਿੰਗ, ਵੀ ਇਹ ਬਹੁਤ ਨਹੀਂ ਹੈਗਾ ਵੀ ਆਪਾਂ ਕੱਲੀ ਹੀਅਰਿੰਗ ਹੋਲਡ ਕਰੀਏ, ਵੀ ਗੋਟ ਟੂ ਬ੍ਰਿੰਗ ਦਿਸ ਟੂ ਏ ਵੋਟ, ਵੀ ਆਪਾਂ ਨੂੰ ਇਸ ਦੇ ਉੱਤੇ ਕੋਈ ਵੋਟ ਜਾਂ ਜਿਹੜਾ ਕਾਨੂੰਨ ਆ ਉਹ ਲਿਆਉਣਾ ਜਿਹੜਾ ਉਹ ਚਾਹੀਦਾ ਆ। ਕਾਂਗਰਸ ਉੱਤੇ ਜਿਹੜੀ ਸਾਰੀ ਗੱਲ ਸੁੱਟ ਦਿੱਤੀ, ਉਹਨੂੰ ਕਹਿੰਦੇ ਇਟਸ ਟਾਈਮ ਟੂ ਐਕਟ ਨਾਓ, ਕਾਂਗਰਸ ਨੂੰ ਐਕਟ ਕਰਨਾ ਚਾਹੀਦਾ ਇਹਦੇ ਉੱਤੇ। ਤੇ ਪਰ ਉਹਨਾਂ ਚੀਜ਼ ਇਹਦੇ ਵਿੱਚ ਇਹੀ ਵਧੀਆ ਕਹੀ ਕਿ ਜਿਹੜੇ ਰਿਪਬਲਿਕਨਸ ਆ ਉਹ ਵੀ ਕਹਿੰਦੇ ਰੈਡੀ ਹੈ, ਕਿਉਂਕਿ ਹੈਵੀ ਪਾਰਟੀਜ਼ਨ ਹੀ ਸੀ ਸਾਰੇ, ਨਿਆਣੇ ਸਾਰਿਆਂ ਦੇ ਸਾਂਝੇ ਆ ਜੀ, ਅਕਸਰ ਇਹ ਗੱਲ ਆਖੀ ਜਾਂਦੀ ਆ ਤੇ ਹੈ ਵੀ ਇਹ ਸੱਚੀ ਆ। ਇਹ ਹੁਣ ਦੇਖਦੇ ਆ ਵੀ ਅੱਗੇ ਕੀ ਕਰਦੇ ਆ, ਪਰ ਬੜੀ ਅਫਸੋਸ ਵਾਲੀ ਗੱਲ ਆ ਵੀ ਇਸ ਚੀਜ਼ ਦੇ ਉੱਤੇ, ਇਸ ਮਾਮਲੇ ਉੱਤੇ ਅਜੇ ਵੀ ਕੋਈ ਨਾ ਕੋਈ ਤਾਂ ਫਿਰ ਪਿੱਛੇ ਹਟ ਹੀ ਰਿਹਾ ਹੋਊਗਾ ਹਰਵਿੰਦਰ, ਵੀ ਜਿਹੜਾ ਅਜੇ ਤੱਕ ਕੋਈ ਪੂਰੀ ਤਰ੍ਹਾਂ ਇਸ ਦੇ ਉੱਤੇ ਫੈਸਲਾ ਜਿਹੜਾ ਉਹ ਨਾ ਲੈ ਸਕੇ ਆ ਵੀ ਆਪਾਂ ਕਰਨਾ ਕੀ ਆ, ਕਿਵੇਂ ਬਚਾਉਣਾ। ਹੁਣ ਲੈਜਿਸਲੇਸ਼ਨ ਦੀ ਗੱਲ ਕਰੀਏ, ਕੈਲੀਫੋਰਨੀਆ ਦੇ ਵਿੱਚ ਇੱਕ ਅਜਿਹਾ ਕਾਨੂੰਨ ਆ ਰਿਹਾ ਆ, ਪਤਾ ਨਹੀਂ ਪਾਸ ਹੁੰਦਾ ਹੈ ਜਾਂ ਨਹੀਂ, ਜਿਸ ਦੇ ਵਿੱਚ ਬੱਚਿਆਂ ਨੂੰ ਐਲਗੋਰਿਦਮ ਤੋਂ, ਇਹ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਆ, ਉਹਨਾਂ ਨੂੰ ਐਲਗੋਰਿਦਮ ਤੋਂ ਬਚਾਉਣ ਦੀ ਜਿਹੜੀ ਉਸ ਦੇ ਵਿੱਚ ਸਿਫਾਰਿਸ਼ ਆ, ਵੀ ਸਿਰਫ ਉਹਨਾਂ ਨੂੰ ਜਿਹੜੀ ਫੀਡ ਆ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਦਿਖੇ, ਨਾ ਕਿ ਐਲਗੋਰਿਦਮ ਦੇ ਹਿਸਾਬ ਦੇ ਨਾਲ ਜਿਹੜਾ ਕੰਟੈਂਟ ਆ ਉਹ ਉਹਨਾਂ ਦੇ ਜਿਹੜੇ ਉਹ ਸਾਹਮਣੇ ਆਵੇ। ਆਈ ਥਿੰਕ ਇੱਦਾਂ ਹੋਣ ਦੇ ਨਾਲ ਥੋੜ੍ਹਾ ਬਹੁਤਾ ਫਰਕ ਪੈ ਸਕਦਾ ਆ। ਜੇ ਆਪਾਂ ਅੱਜ ਦੇ ਜ਼ਮਾਨੇ 'ਚ ਇਹ ਕਹੀਏ ਹਰਵਿੰਦਰ ਵੀ ਪੂਰਾ ਕੰਟਰੋਲ ਕੀਤਾ ਜਾ ਸਕਦਾ, ਅਮਰੀਕਾ ਵਰਗੀ ਇਕੋਨਮੀ, ਕੈਪੀਟਲਿਸਟ ਇਕੋਨਮੀ ਜਿਹੜੀ ਚੱਲਦੀ ਹਰ ਇੱਕ ਤੁਰਦੇ ਫਿਰਦੇ ਇਨਸਾਨ ਨੂੰ ਜਿਹੜੀ ਆ ਪ੍ਰੋਫਿਟ ਦੇ ਹਿਸਾਬ ਨਾਲ, ਡਾਲਰ ਵੈਲਿਊ ਦੇ ਹਿਸਾਬ ਨਾਲ ਜੇ ਆਪਾਂ ਕਹਾਂਗੇ, ਤਾਂ ਇਹਨਾਂ ਪ੍ਰਾਈਵੇਟ ਕੰਪਨੀਆਂ ਤੋਂ ਇਹ ਆਸ ਤਾਂ ਆਪਾਂ ਨੂੰ ਛੱਡ ਦੇਣੀ ਚਾਹੀਦੀ ਆ। ਆਪਣੀਆਂ ਇਹ ਰਿਪੋਰਟਾਂ ਨੂੰ ਇਹ ਲਾਂਭੇ ਕਰਕੇ ਨਿਆਣਿਆਂ ਦਾ ਮੁੱਲ $270 ਪਾ ਕੇ ਸਾਰਾ ਕੁਝ ਜੋੜਾ ਕਰ ਰਹੇ ਆ। ਸੋ ਡੈਫੀਨੇਟਲੀ। ਅਤੇ ਇੱਕ ਚੀਜ਼ ਆਈ ਥਿੰਕ ਆਪਾਂ ਨੂੰ ਐਜ਼ ਕੰਸਰਨਡ ਸਿਟੀਜ਼ਨ ਜਾਂ ਕੰਸਰਨਡ ਰਹਿਣ ਵਾਲੇ ਜਿਹੜੇ ਆਪਣੇ ਲੋਕ ਆ, ਉਹਨਾਂ ਦੇ ਉਸ ਹਿਸਾਬ ਦੇ ਨਾਲ ਦੇਖਣਾ ਚਾਹੀਦਾ ਵੀ ਆਪਣੇ ਜਿਹੜੇ ਲੈਜਿਸਲੇਟਰਸ ਆ ਉਹਨਾਂ ਨਾਲ ਜ਼ਰੂਰ ਗੱਲ ਕਰੋ ਵੀ ਤੁਹਾਡੀ ਕੀ ਰਾਏ ਆ, ਤੁਸੀਂ ਕੀ ਜਿਹੜਾ ਸੋਚ ਰਹੇ ਆ। ਇਲੈਕਸ਼ਨ ਈਅਰ ਆ, ਸਾਰਿਆਂ ਨੇ ਆਉਣਾ ਹੀ ਆਉਣਾ ਤੁਹਾਡੇ ਕੋਲ ਵੋਟਾਂ ਮੰਗਣ ਦੇ ਲਈ, ਸੋ ਉਦੋਂ ਤੁਸੀਂ ਉਹਨਾਂ ਦੇ ਨਾਲ ਇਸ ਚੀਜ਼ ਦੇ ਉੱਤੇ ਵੀ ਗੱਲ ਕਰੋ। ਚਾਈਲਡ ਸੇਫਟੀ ਬੜੀ ਇੱਕ ਮੁੱਖ ਚੀਜ਼ ਤੌਰ ਦੇ ਉੱਤੇ ਦੇਖੀ ਜਾਂਦੀ, ਜ਼ਰੂਰ ਉਹਨਾਂ ਨੂੰ ਜਿਹੜਾ ਉਹ ਗੱਲ ਕਰਨੀ ਚਾਹੀਦੀ ਆ। ਅਤੇ ਬਾਕੀ ਹਰਵਿੰਦਰ ਹਾਈਲਾਈਟਸ ਜਿੱਦਾਂ ਤੁਸੀਂ ਕਰ ਰਹੇ ਸੀ, ਕਹਿ ਰਹੇ ਸੀਗੇ ਵੀ ਹੋਰ ਕਿੰਨੇ ਕੀ ਕੁਛ ਕਿਹਾ, ਜੇ ਆਪਾਂ ਉਹਨਾਂ ਹਾਈਲਾਈਟਸ ਦੀ ਗੱਲ ਕਰੀਏ ਇਸ ਹੀਅਰਿੰਗ ਦੀ, ਤਾਂ ਉਹ ਇਸ ਦੇ ਵਿੱਚ ਹੋਰ ਕੀ ਰਹੀਆਂ? ਜੀ, ਸੋ ਆਪਾਂ ਸੈਨੇਟਰਸ ਦੀ ਥੋੜ੍ਹੀ ਗੱਲ ਕੀਤੀ, ਅਸੀਂ ਸੀਈਓਜ਼ ਦੀ ਗੱਲ ਕੀਤੀ, ਅਸੀਂ ਕੁਛ ਬਿੱਲਾਂ ਦੀ ਗੱਲ ਕੀਤੀ, ਹੈ ਨਾ, ਉਹਨਾਂ ਦੀ ਆਪਸ ਵਿੱਚ ਨਹੀਂ ਸਹਿਮਤੀ ਬਣੀ। ਅਤੇ ਇੱਕ ਇਹਦਾ ਬੜਾ ਇੰਪੋਰਟੈਂਟ ਪੱਖ ਆ, ਹੈ ਨਾ, ਜਿਹਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਕੁਛ ਪੇਰੈਂਟਸ ਜਿਨ੍ਹਾਂ ਦੇ ਬੱਚੇ ਇੰਪੈਕਟ ਹੋਏ ਆ, ਮਾਫੀ ਚਾਹੁੰਦਾ, ਸੋਸ਼ਲ ਮੀਡੀਆ ਦੇ ਕਰਕੇ, ਉਹਨਾਂ ਨੇ ਵੀ ਗੱਲਬਾਤ ਇਸ ਤੋਂ ਬਾਅਦ ਕੀਤੀ, ਹੈ ਨਾ। ਠੀਕ ਹੈ। ਅਤੇ ਉਹਦੇ ਵਿੱਚ ਉਹਨਾਂ ਜਿਹੜੇ ਮੈਂ ABC ਨਿਊਜ਼ ਦੇ ਵਿੱਚ ਕੁਛ ਪੜ੍ਹਦਾ ਸੀ, ਅਤੇ ABC ਨਿਊਜ਼ ਦੇ ਵਿੱਚ ਉਹਨਾਂ ਕੁਛ ਨਾਮ ਹੀ ਲਏ ਆ, ਮੈਂ ਇੱਥੇ ਸ਼ੇਅਰ ਕਰੂੰਗਾ। ਇੱਕ ਸੈਮ ਚੈਪਮੈਨ ਦੀ ਗੱਲ ਹੋਏ ਦੇ ਜਿਹੜੇ ਫਾਦਰ ਸੀ, ਹੈ ਨਾ,
ਸੌਰੀ ਸੈਮ ਚੈਪਮੈਨ ਜਿਹੜੇ ਸੈਮੀ ਦੇ ਫਾਦਰ ਸੀ। ਸੈਮੀ ਕੋਈ ਬੱਚਾ ਸੀ 16 ਸਾਲ ਦਾ, ਜਿਹੜੇ 2021 ਦੇ ਵਿੱਚ ਫੈਂਟਾਨੇਲ ਵਾਲੀ ਪਿਲ ਦੇ ਨਾਲ ਓਵਰਡੋਜ਼ ਕਰਕੇ ਹੈ ਨਾ ਚੜਾਈ ਕਰ ਗਿਆ। ਤੇ ਉਹਨੂੰ ਉਹ ਸਨੈਪਚੈਟ ਤੋਂ ਉਹ ਮਿਲੀ ਸੀ, ਤੇ ਉਹਨੇ ਕਿਹਾ ਕਿ ਜਿਹੜੀ ਜ਼ਕਰਬਰਗ ਦੀ ਅਪੋਲੋਜੀ ਬੜੀ ਹਾਫ ਹਾਰਟਡ ਸੀ, ਹੈ ਨਾ। ਠੀਕ ਆ, ਹੁਣ ਜਿਹੜਾ ਬੱਚਾ ਇਸ ਤਰ੍ਹਾਂ ਦਾ ਗਿਆ ਹੋਵੇ, ਹੈ ਨਾ। ਇੱਕ ਹੋਰ ਸੇਮ ਚੀਜ਼ ਆ ABC ਨਿਊਜ਼ ਨੂੰ ਕਾਇਰਾ ਫਿਲਿਪਸ ਦੇ ਵਿੱਚ ਉਹਨੇ ਕਿਹਾ ਕਿ ਉਹਨੇ ਸੇਮ ਚੀਜ਼ ਕਹੀ ਕਿ I felt like it was a half-hearted apology and he didn't apologize directly. It was sort around the corner, ਹੈ ਨਾ। ਇਸੇ ਤਰ੍ਹਾਂ ਮੈਂ ਆਪਾਂ ਗੱਲ ਕਰਦੇ ਨਾ ਕਈ ਵਾਰ ਰਾਜਕਰਨ ਕਿ ਚਲੋ ਆਮ ਬੱਚਿਆਂ ਦੀ ਗੱਲ, ਆਮ ਲੋਕਾਂ ਦੀ ਗੱਲ, ਸਾਊਥ ਕੈਰੋਲਾਈਨਾ ਦੇ ਸਟੇਟ ਰੈਪਰੈਜ਼ੈਂਟੇਟਿਵ ਜਿਹੜੇ ਆ ਬ੍ਰੈਂਡਨ ਗਫੇ, ਜੀ ਉਹਨਾਂ ਵੀ ਬਲੇਮ ਕੀਤਾ ਇੰਸਟਾਗ੍ਰਾਮ ਨੂੰ ਫॉर द ਡੈਥ ਆਫ ਹਿਸ ਟੀਨੇਜ ਸਨ ਡਿਊ ਟੂ ਸੁਸਾਈਡ। ਤੇ ਉਹਨਾਂ ਵੀ ਜ਼ਕਰਬਰਗ ਨੂੰ ਇੱਥੇ ਲਾਇਰ ਕਿਹਾ, ਝੂਠਾ ਕਿਹਾ, ਹੈ ਨਾ। ਉਹਨਾਂ ਕਿਹਾ ਕਿ your actions speak louder than words. Your action should speak louder than words, referencing to ਜਿਹੜੀ ਜ਼ਕਰਬਰਗ ਦੀ apology ਸੀ। ਇੱਕ ਹੋਰ ਵਿਕਟਿਮ ਸੀ ਲੀਆ ਜੂਲੀਅਟ, ਹੈ ਨਾ। ਉਹਨੇ ਕਿਹਾ ਕਿ ਜਦੋਂ 15 ਸਾਲਾਂ ਦੇ ਸੀ ਤੇ ਉਹਨਾਂ ਦੀ ਜਿਹੜੀ ਬੋਡੀ ਦੀ ਇਮੇਜਿਸ ਸੀ, ਪ੍ਰਾਈਵੇਟ ਇਮੇਜਿਸ ਸੀ, ਕਹਿੰਦਾ ਇੰਟਰਨੈਟ ਦੇ ਉੱਤੇ ਇਸ ਤਰ੍ਹਾਂ ਹੋਈਆਂ ਜਿੱਦਾਂ ਇੱਕ ਟ੍ਰੇਡਿੰਗ ਕਾਰਡਸ ਜਿਹੜੇ ਆ ਉਹ ਇੰਟਰਨੈਟ ਦੇ ਉੱਤੇ ਸ਼ੇਅਰ ਹੁੰਦੇ ਆ, ਹੈ ਨਾ। ਸੋ ਇਸੇ ਤਰ੍ਹਾਂ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਲੋਕੀ ਇਸ ਚੀਜ਼ ਤੋਂ ਇੰਪੈਕਟ ਹੁੰਦੇ ਰਾਜ ਕਰਨ, ਉਹਨਾਂ ਦੀ ਜਿਹੜੀ ਸਾਰੀ ਉਮਰ ਹੈ ਨਾ ਉਹ ਖਰਾਬ ਹੋ ਜਾਂਦੀ ਆ, ਫਿਰ ਮੈਂਟਲ ਹੈਲਥ ਇਸ਼ੂ, ਕਈ ਤਰ੍ਹਾਂ ਦੀ ਸਮੱਸਿਆਵਾਂ ਆ ਜਾਂਦੀਆਂ ਹਨ। ਪਰਿਵਾਰ ਟੁੱਟਦੇ ਨੇ ਹਰਵਿੰਦਰ, ਕਿੰਨਾ ਕੁਛ ਜਿਹੜਾ ਇਸ ਦੇ ਵਿੱਚ ਉਹ ਹੋ ਰਿਹਾ, ਸਮਾਜਿਕ ਤਾਣਾ ਬਾਣਾ ਜਿਹੜਾ ਉਹ ਉਲਝਿਆ ਪਿਆ ਆ। ਹਾਂ, ਇੱਥੇ ਨਾ ਕਈ ਵਾਰੀ ਕਹਿ ਦਿੰਦੇ ਆ ਉਹ ਭਾਈ ਇਹ ਸਾਰਿਆਂ ਦੇ ਕੋਲ ਆ, ਸਾਰੇ ਨਹੀਂ ਕਰ ਲੈਂਦੇ, ਕੋਈ ਕਰਦਾ ਆ, ਪਰ ਅਵੇਲੇਬਿਲਟੀ ਇੱਕ ਜਿਹੜੀ ਹੋਣੀ ਹਰਵਿੰਦਰ, ਉਹ ਇੱਕ ਵੱਡੀ ਸਮੱਸਿਆ ਆ ਵੀ ਜੇ ਉਹ ਚੀਜ਼ ਅਵੇਲੇਬਲ ਆ ਤਾਂ ਕੋਈ ਕਿਸੇ ਨਾ ਕਿਸੇ ਦਾ ਦਿਮਾਗ ਇਸ ਚੀਜ਼ ਪਾਸੇ ਵੱਲ ਨੂੰ ਜਿਹੜਾ ਉਹ ਚੱਲ ਹੀ ਜਾਣਾ। ਹੁਣ ਆਪਾਂ ਵੀ ਵੱਡੇ ਹੋਏ, ਆਪਣੇ ਸੁਣਨ ਵਾਲੇ ਵੀ, ਦੇਖਣ ਵਾਲੇ ਵੀ, ਕਿੰਨਾ ਚੀਜ਼ ਇਹੋ ਜਿਹੀਆਂ ਚੀਜ਼ਾਂ ਦੀ ਅਵੇਲੇਬਿਲਟੀ ਹੁੰਦੀ ਸੀ। ਉਹ ਉਮਰ ਦੇ ਪੜਾਅ ਦੇ ਨਾਲ ਜਾ ਕੇ ਚੀਜ਼ਾਂ ਦਾ ਜਿਹੜਾ ਉਹ ਪਤਾ ਲੱਗਦਾ ਸੀ। ਹੁਣ ਟੂ ਅਰਲੀ, ਟੂ ਸੂਨ, ਬਹੁਤ ਸਾਰੀਆਂ ਚੀਜ਼ਾਂ ਤੇ ਉਹਦੇ ਜਿਹੜੇ ਸਾਈਡ ਇਫੈਕਟਸ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਜੀ। ਉਹਦੇ ਵਿੱਚ ਮੈਂ ਇਹ ਤਾਂ ਆਪਣੀ ਗੱਲਬਾਤ ਹੈ ਨਾ, ਹੋਰ ਵੀ ਕਈਆਂ ਜਾਣਿਆਂ ਨੇ ਗੱਲਬਾਤ ਕੀਤੀ, ਪਰ ਮੈਂ ਇਹਦੇ ਤੋਂ ਆਪਣੀ ਗੱਲ ਖਤਮ ਕਰ ਦੇਣੀ ਆ ਕਿ ਇੱਦਾਂ ਦੀਆਂ ਗੱਲਾਂ ਬਾਤ ਹੋਰ ਵੀ ਹੋਈਆਂ ਕਿ ਜਿਹੜੇ ਆਪਾਂ ਉਹਨੇ ਗੱਲ ਕੀਤੀ ਸੀ ਲੀਆ ਜੂਲੀਅਟ ਦੀ, ਤੇ ਉਹਨਾਂ ਕਿਹਾ ਕਿ ਦੇਖੋ ਜਿਹੜੇ ਬੰਦੇ ਨੇ ਮੇਰੀਆਂ ਇਮੇਜਿਸ ਜਿਹੜੀਆਂ ਉਹ ਇਨੀਸ਼ੀਅਲੀ ਐਕਸਪਲੋਇਟ ਕੀਤਾ, ਤੇ ਉਹ ਤੇ ਕਹਿੰਦੇ ਕਿ ਠੀਕ ਆ, ਉਹ ਤੇ ਓਵਰ ਦਾ ਪੀਰੀਅਡ ਆਫ ਟਾਈਮ ਜੇਲ੍ਹ 'ਚ ਚਲਾ ਗਿਆ, ਬਟ ਦਾ ਮੈਨ ਜਿਹੜੇ ਬੰਦੇ ਨੇ ਉਹਨੂੰ ਅਲਾਓ ਕੀਤਾ ਮੇਰੇ ਵਿਊਜ਼ ਨੂੰ ਐਂਡ ਸਪਰੈਡ ਔਨ ਫੇਸਬੁੱਕ, ਉਹ ਇਸ ਹੀਅਰਿੰਗ ਰੂਮ ਦੇ ਵਿੱਚ ਬੈਠਾ ਤੇ ਉਹਦਾ ਨਾਮ ਮਾਰਕ ਜ਼ਕਰਬਰਗ। ਸਿੱਧਾ ਦੋਸ਼ ਲਾਇਆ ਉਹਨਾਂ ਨੇ। ਹਾਂਜੀ। ਸੋ ਜੇ ਕਹਿੰਦੇ ਨਾ ਪੰਜਾਬੀ 'ਚ ਵੀ ਜਿਸ ਤਨ ਲਾਗੇ ਸੋਈ ਤਨ ਜਾਣੇ। ਬਿਲਕੁਲ ਜੀ। ਸੋ ਇਹ ਸਾਰਾ ਕੁਛ ਜਿਹੜਾ ਉਹ ਆਪਾਂ ਨੂੰ ਉੱਥੇ ਸੁਣਨ ਦੇਖਣ ਨੂੰ ਜਿਹੜਾ ਉਹ ਮਿਲਿਆ ਹੈਗਾ ਆ। ਸੋ ਕੀ ਆਪਾਂ ਇਸ ਦੇ ਵਿੱਚ ਹੁਣ ਸਮਝ ਰੱਖੀਏ, ਕੀ ਆਪਾਂ ਲਰਨ ਕਰ ਰਹੇ ਹਾਂ ਇਸ ਪੂਰੀਆਂ ਹੀਅਰਿੰਗ ਤੋਂ, ਕੀ ਸਿੱਖਣ ਨੂੰ ਇਹਦੇ ਵਿੱਚ? ਹਾਂਜੀ, ਸੋ ਇਹਦੇ ਬਾਰੇ ਤੇ ਰਾਜਕਰਨ ਇੱਕ ਪੂਰਾ ਡੈਡੀਕੇਟਡ ਟਾਕ ਸ਼ੋ ਹੀ ਹੋ ਸਕਦਾ, ਪਰ ਕੁਛ ਗੱਲਾਂ ਮੈਂ ਇੱਥੇ ਜ਼ਰੂਰ ਕਹੂੰਗਾ ਕਿ ਦੇਖੋ ਸੋਸ਼ਲ ਮੀਡੀਆ ਦੇ ਜੇ ਆਪਾਂ ਅਡਿਕਟਿਵ ਆ ਤੇ ਉਹ ਇਹਨੂੰ ਇਸ ਤਰੀਕੇ ਦੇ ਨਾਲ ਨਹੀਂ ਲੈਣਾ ਚਾਹੀਦਾ ਕਿ ਇੱਕ ਬੰਦੇ ਦਾ ਕੀ ਕਸੂਰ ਆ। ਉਹਦੇ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਐਪਸ ਤੇ ਹਾਰਡਵੇਅਰ ਐਂਡ ਸੌਫਟਵੇਅਰ ਇਸ ਹਿਸਾਬ ਨਾਲ ਡਿਜ਼ਾਈਨ ਕੀਤਾ ਗਿਆ ਹੁੰਦਾ ਕਿ ਤੁਹਾਨੂੰ ਐਡਿਕਸ਼ਨ ਹੋਵੇ, ਹੈ ਨਾ। ਪਰ ਹੁਣ ਕਰੀਏ ਆਪਾਂ ਵਿਕਟਮ ਨੂੰ। ਹਾਂਜੀ। ਸੋ ਪਰ ਜੇ ਹੁਣ ਸਾਨੂੰ ਪਤਾ ਲੱਗ ਹੀ ਗਿਆ ਵੀ ਇਹ ਸਿਸਟਮ ਇਸ ਤਰ੍ਹਾਂ ਦਾ ਬਣਾਇਆ ਗਿਆ ਕਿ ਆਪਾਂ ਵੱਧ ਤੋਂ ਵੱਧ ਟਾਈਮ ਸੋਸ਼ਲ ਮੀਡੀਆ ਦੇ ਉੱਤੇ ਸਪੈਂਡ ਕਰੀਏ, ਹੁਣ ਜੇ ਸਾਨੂੰ ਪਤਾ ਲੱਗ ਗਿਆ ਆਪਾਂ ਉਹ ਤੋਂ ਥੋੜ੍ਹਾ ਦੂਰ ਜਾਣ ਦੀ ਕੋਸ਼ਿਸ਼ ਕਰੀਏ, ਹੈ ਨਾ। ਜਿਹੜੇ ਰੀਅਲ ਪਰਸਨ ਟੂ ਪਰਸਨ ਕੰਟੈਕਟ ਆ ਉਹਨੂੰ ਹੋਰ ਕੋਸ਼ਿਸ਼ ਕਰੀਏ ਵੱਧ ਤੋਂ ਵੱਧ ਬਣਾਉਣ ਦੀ। ਇਹ ਤਾਂ ਹੋ ਗਏ ਸਾਡੇ ਲੈਵਲ ਦੇ ਉੱਤੇ। ਦੂਸਰੀ ਗੱਲ ਇਹ ਹੈ ਕਿ ਬੱਚਿਆਂ ਨੂੰ ਆਪਾਂ ਸੋਸ਼ਲ ਮੀਡੀਆ ਤੋਂ ਕਿੱਦਾਂ ਦੂਰ ਰੱਖਣਾ, ਇਹਦੇ ਲਈ ਸੇਫਟੀ ਟਿਪਸ ਇਹਨਾਂ ਦੀਆਂ, ਸੇਫਟੀ ਦੇ ਰਾਜਕਰਨ ਦੀ ਇਹੀ ਆ, ਹੈ ਨਾ। ਤੇ ਜਦੋਂ ਆਪਾਂ ਨਾਰਮਲ ਹੈ ਨਾ ਸ਼ਰਾਬ ਦੀ ਵੀ ਗੱਲ ਕਰਦੇ ਜਾਂ ਹੋਰ ਨਸ਼ਿਆਂ ਦੀ ਗੱਲ ਕਰਦੇ ਹਾਂ ਤੇ ਆਮ ਤੌਰ 'ਤੇ ਲੋਕੀ ਪੀਪਲ ਟਰਾਈ ਟੂ ਬੀਟ ਅਰਾਊਂਡ ਦਾ ਬੁਸ਼, ਕਹਿੰਦੇ ਆ ਕਿ ਨਹੀਂ ਥੋੜ੍ਹੀ ਪੀਓ, ਇੱਕ ਗਲਾਸ ਪੀ ਲਓ ਜਾਂ ਹਫ਼ਤੇ 'ਚ ਪੀ ਲਓ, ਤੇ ਉਹਦੀ ਬੈਸਟ ਸਟ੍ਰੈਟਜੀ ਕੀ ਆ, ਕੀਤੀ ਹੋਈ ਨਾ, ਹੈ ਨਾ। ਸੋ ਸੋਸ਼ਲ ਮੀਡੀਆ ਤੋਂ ਇਹੀ ਹੈ ਕਿ ਬੱਚਿਆਂ ਨੂੰ ਜਦੋਂ ਟੀਨ ਏਜ ਆ ਉਹਦੇ ਤੋਂ ਮੇਰੇ ਹਿਸਾਬ ਦੇ ਨਾਲ, ਮੇਰੀ ਨਿੱਜੀ ਇਹ ਰਾਏ ਆ, ਸਾਰਾ ਕੁਛ ਦੇਖਣ ਤੋਂ ਬਾਅਦ ਜਾਂ ਹੈ ਨਾ ਆਪਾਂ ਟੈਕਟੋਕ ਸ਼ੋਅ ਕਰਦੇ ਹਾਂ ਜਾਂ ਆਪਾਂ ਰਿਪੋਰਟਸ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਹਾਂ ਕਿ ਬੱਚਿਆਂ ਨੂੰ ਸੋਸ਼ਲ ਮੀਡੀਆ ਦੀ ਐਕਸੈਸ ਜਿਹੜੀ ਆ ਉਹ ਤੋਂ ਦੂਰ ਕਿੱਦਾਂ ਰੱਖਣਾ, ਇਹਦੇ ਬਾਰੇ ਪੇਰੈਂਟਸ ਨੂੰ ਸਲਾਹ ਕਰਨੀ ਚਾਹੀਦੀ। ਮੈਂ ਇੱਥੇ ਕੋਈ ਹੈ ਨਾ ਜਿੱਦਾਂ ਸਟੇਟਮੈਂਟ ਤਾਂ ਦੇਣੀ ਨਹੀਂ ਕਰਨਾ ਚਾਹੀਦਾ ਜਾਂ ਕਰਨਾ ਚਾਹੀਦਾ।
ਸਾਨੂੰ ਪਤਾ ਸਾਰੀ ਚੀਜ਼ਾਂ ਦਾ, ਤੇ ਔਖਾ। ਦੂਰ ਕਿਵੇਂ ਰੱਖਣਾ ਹੈ ਨਾ, ਉਹ ਵੀ ਇਹ ਵੀ ਗੱਲ ਹੁੰਦੀ ਨਾ ਰਾਜਕਨ, ਜਦੋਂ ਬੱਚਿਆਂ ਨੂੰ ਆਪਾਂ ਕਿਸੇ ਚੀਜ਼ ਤੋਂ ਦੂਰ ਕਰਦੇ, ਬੱਚੇ ਦੌੜਦੇ ਉਸ ਚੀਜ਼ ਵੱਲ ਨੂੰ ਜ਼ਿਆਦਾ, ਖਿੱਚ ਪੈਂਦੀ ਹੈ ਆ। ਨਾ, ਖਿੱਚ ਪੈਂਦੀ ਉਸ ਚੀਜ਼ ਦੀ। ਸੋ ਇਸ ਲਈ ਮੈਂ ਇੱਥੇ ਗੱਲ ਖਤਮ ਕਰੂੰਗਾ ਵੀ ਉਹ ਤੋਂ ਦੂਰ ਕਿਵੇਂ ਰੱਖਣਾ ਹੈ, ਪੇਰੈਂਟਸ ਦਾ ਸੋਚਣਾ ਬਣਦਾ। ਬਿਲਕੁਲ, ਆਈ ਥਿੰਕ ਇਹ ਗੱਲ ਹੀਅਰਿੰਗ ਦੇ ਵਿੱਚ ਵੀ ਹੋਈ, ਜ਼ਕਰਬਰਗ ਨੇ ਵੀ ਕਿਹਾ ਅਸੀਂ ਜੀ ਪੇਰੈਂਟਲ ਟੂਲਸ ਇਹਦੇ ਵਿੱਚ ਐਡ ਕਰ ਰਹੇ ਹਾਂ, ਕਿਤੇ ਆ ਤੁਸੀਂ ਕਰ ਸਕਦੇ ਆ। ਪਰ ਉਹੀ ਗੱਲ ਜਿੱਦਾਂ ਤੁਸੀਂ ਦੱਸਿਆ ਵੀ ਨਿਆਣਿਆਂ ਨੇ ਤਾਂ ਹੁਣ ਨਿਆਣਿਆਂ ਤੋਂ ਜ਼ਿਆਦਾ ਤਾਂ ਇੰਟਰਨੈਟ ਜਾਂ ਨਿਆਣਿਆਂ ਤੋਂ ਜ਼ਿਆਦਾ ਇਹਨਾਂ ਐਪਸ ਨੂੰ ਵਰਤਣਾ ਆਪਾਂ ਨੂੰ ਤਾਂ ਹੁਣ ਘੱਟ ਹੀ ਆਉਂਦਾ ਹੈ ਉਸ ਹਿਸਾਬ ਦੇ ਨਾਲ। ਦੇ ਨੋ ਦਾ ਵੇ, ਦੇ ਨੋ ਦਾ ਵਰਕ ਅਰਾਊਂਡ, ਵੀ ਉਸ ਦੇ ਵਿੱਚ ਉਹ ਜਿਹੜਾ ਉਹ ਲੱਭ ਲੈਂਦੇ ਆ। ਸੋ ਨਿਆਣਿਆਂ ਦੇ ਨਾਲ ਇਸ ਦੇ ਫਾਇਦੇ ਨੁਕਸਾਨ ਨੂੰ ਲੈ ਕੇ ਗੱਲ ਕਰਨਾ ਜ਼ਰੂਰੀ ਆ। ਅਤੇ ਨਾਲੇ ਹਾਂ, ਜਿੱਦਾਂ ਤੁਸੀਂ ਕਿਹਾ ਵੀ ਬਲੈਂਕਟ ਸਟੇਟਮੈਂਟ ਦੇਣ ਨਾ ਮੈਨੂੰ ਫਾਇਦਾ ਨਾ ਤੁਹਾਨੂੰ ਫਾਇਦਾ, ਇਹ ਤੁਹਾਡੇ ਆਪਣੇ ਪਰਿਵਾਰ ਦੀ ਗੱਲ ਆ, ਤੁਹਾਨੂੰ ਆਪ ਹੀ ਬਹਿ ਕੇ ਜਿਹੜੀ ਨਜਿੱਠਣੀ ਪੈਣੀ ਆ ਇਵੈਂਚੁਅਲੀ। ਜੇ ਲੈਜਿਸਲੇਟਰ ਜਾਂ ਲਾ ਮੇਕਰਸ ਦੇ ਮੂੰਹ ਵੱਲ ਨੂੰ ਤੱਕਦੇ ਰਹੋਗੇ ਫਿਰ ਦੇਰੀ ਆਲਰੇਡੀ ਹੋਈ ਪਈ ਆ, ਅਤੇ ਹੋਰ ਪਤਾ ਨਹੀਂ ਅਜੇ ਕਿੰਨੀ ਹੋਰ ਦੇਰੀ ਜਿਹੜੀ ਉਹ ਹੋ ਜਾਣੀ ਆ। ਉਹਨਾਂ ਦਾ ਵੀ ਪਤਾ ਨਹੀਂ ਸਪੈਸ਼ਲ ਇੰਟਰਸਟ ਕਦੋਂ ਕਿਹੜੇ ਨਾਲ ਕਿੱਦਾਂ ਜਿਹੜਾ ਆ ਉਹ ਜੁੜ ਸਕਦਾ ਹੁੰਦਾ ਆ। ਹਾਂਜੀ, ਸੋ ਰਾਜਕਨੀ ਦੇ ਵਿੱਚ ਇੱਕ ਡੇਟਾ ਪੁਆਇੰਟ ਉਹਦੇ 'ਚ ਹੋਰ ਵੀ ਆਇਆ ਸੀ, ਮੇਰੇ ਕੋਲ ਐਗਜ਼ੈਕਟ ਨੰਬਰ ਨਹੀਂ ਹੈ ਪਰ ਅੰਦਾਜ਼ਾ ਲੱਗ ਜੂਗਾ। ਉਹਦੇ ਨਾਲ ਇਹ ਹੈ ਕਿ ਸਨੈਪਚੈਟ ਦੇ CEO ਨੇ ਕਿਹਾ ਕਿ ਸਨੈਪਚੈਟ ਦੇ ਵਿੱਚ ਇੱਕ ਆਪਸ਼ਨ ਹੁੰਦੀ ਆ ਕਿ ਜਿਹਦੇ ਵਿੱਚ ਪੇਰੈਂਟ ਜਿਹੜੇ ਆ ਉਹ ਲਿੰਕ ਕਰ ਦਿੰਦੇ ਆ ਆਪਾਂ ਟੀਨਏਜ ਦੇ ਨਾਲ, ਜਾਂ ਟੀਨਏਜ ਸੋਸ਼ਲ ਮੀਡੀਆ, ਤਾਂ ਕਿ ਉਹਨਾਂ ਦੀ ਐਕਟੀਵਿਟੀ ਨੂੰ ਮੋਨੀਟਰ ਕਰ ਸਕਣ। ਪਰ ਉਹਦੇ ਵਿੱਚ ਇਹ, ਜੇ ਮੈਂ ਗਲਤ ਨਾ ਹੋਵਾਂ, ਤੇ ਤਕਰੀਬਨ 20 ਮਿਲੀਅਨ ਦੇ ਕਰੀਬ ਅਕਾਊਂਟ ਆ ਟੀਨਏਜਰ ਦੇ, ਜਦ ਕਿ ਸਿਰਫ 4 ਲੱਖ ਜਿਹੜੇ ਪੇਰੈਂਟਸ ਆ ਉਹ ਕਨੈਕਟਡ ਆ। ਸੋ ਕਹਿਣ ਦਾ ਮਤਲਬ ਇਹ ਆ ਕਿ ਡਿਸਪ੍ਰੋਪੋਰਸ਼ਨੇਟ ਆ ਨਾ, ਕੁਛ ਪਰਸੈਂਟੇਜ ਹੀ ਬਣੀ ਨਾ, ਸਾਰੇ 2-3% ਜਾਂ ਜਿੰਨੀ ਵੀ ਕਹਿ ਲਓ, ਸ਼ਾਇਦ ਉਹ ਤੋਂ ਵੀ ਘੱਟ। ਤੇ ਕੁਛ ਟੂਲਸ ਇੱਦਾਂ ਦੇ ਅਵੇਲੇਬਲ ਹੈਗੇ ਆ ਜਿਹਦੇ ਨਾਲ ਤੁਸੀਂ ਕਰ ਸਕਦੇ ਹੋ, ਪਰ ਗੱਲ ਤੇ ਉਹੀ ਹੈ ਵੀ ਉਹਦੇ ਬੈਂਡੇਜ ਲਾਉਣ ਦੀ ਬਜਾਏ ਹੈ ਨਾ ਜੜ੍ਹ ਨੂੰ ਫੜਨਾ ਚਾਹੀਦਾ। ਤੇ ਕੁਛ ਚੀਜ਼ਾਂ ਬੱਚਿਆਂ ਨੂੰ ਕਿੱਦਾਂ ਦੂਰ ਰੱਖਣਾ ਉਹਦੇ ਤੋਂ, ਹੈ ਨਾ, ਉਹਨਾਂ ਨੂੰ ਐਨਗੇਜ ਕਿੱਦਾਂ ਰੱਖਣਾ। ਗੱਲ ਇਕੱਲੀ ਐਨਗੇਜ ਰੱਖਣ ਦੀ ਵੀ ਨਹੀਂ ਹੁੰਦੀ, ਇਹ ਕੰਪਲੀਕੇਟਡ ਟੌਪਿਕ ਆ, ਕਿਉਂਕਿ ਪੀਅਰ ਪ੍ਰੈਸ਼ਰ ਵੀ ਬਣ ਜਾਂਦਾ। ਮੇਰੇ ਕਲਾਸਮੇਟ ਦਾ ਹੈਗਾ ਅਕਾਊਂਟ, ਮੇਰਾ ਕਿਉਂ ਨਹੀਂ ਹੈਗਾ, ਸਾਡੀ ਸਾਰੀ ਕਲਾਸ ਉੱਤੇ ਹੈਗੀ ਆ। ਨਹੀਂ ਇਕੱਲਾ ਇਹੀ ਨਹੀਂ, ਆਪਾਂ ਅਕਸਰ ਇਹ ਵੀ ਕਹਿ ਦਿੰਦੇ ਨਾ ਵੀ ਮਾਪੇ ਆਪ ਨਾ ਕਰਨ ਤਾਂ ਨਿਆਣੇ ਜਿਹੜਾ ਉਹ ਸਿੱਖਦੇ ਆ, ਪਰ ਮਾਪੇ ਕਿੱਦਾਂ ਛੱਡਣ, ਉਹ ਤਾਂ ਆਪ ਐਡਿਕਟ ਹੋਏ ਪਏ। ਹਾਂਜੀ, ਗੱਲ ਤਾਂ ਹੀ ਮੈਂ ਗੱਲ ਉੱਥੇ ਸ਼ੁਰੂ ਕੀਤੀ ਨਾ ਕਿ ਸਭ ਤੋਂ ਪਹਿਲੇ ਕਿ ਐਡਿਕਸ਼ਨ ਜਿਹੜੀ ਆ, ਇਹ ਜੇ ਆਪਾਂ ਐਡਿਕਟ ਹੈਗੇ ਆ ਬੱਚਿਆਂ ਤੋਂ ਪਹਿਲਾਂ, ਤੇ ਉਹ ਹੁਣ ਸਾਨੂੰ ਸਮਝ ਆਉਣਾ ਚਾਹੀਦਾ ਕਿ ਅਸੀਂ ਕਿਉਂ ਆ। ਹੁਣ ਸਾਨੂੰ ਪਤਾ ਵਾ ਕਿ ਅਸੀਂ ਐਡਿਕਟ ਆ, ਤੇ ਉਹਨੂੰ ਛੱਡਣ ਦੇ ਬਾਰੇ ਉਪਰਾਲੇ ਕਰਨੇ ਚਾਹੀਦੇ ਆ। ਉਹ ਤਾਂ ਹੁਣ ਜ਼ਮਾਨਾ ਗਿਆ, ਮਾਰ ਲਈ ਚਪੇੜ ਤੇ ਮਾਰਤਾ ਦਬਕਾ ਤੇ ਹਟ ਗਏ, ਤੇ ਉਹ ਲੰਘ ਗਿਆ ਜੀ ਸਮਾਂ। ਨਿਆਣੇ ਤੁਹਾਡੇ ਸਾਰੇ ਜਾਣਿਆਂ ਨੂੰ ਵੀ ਪਤਾ ਵੀ ਕੌਣ ਕਿੰਨੇ ਕਹਿਣੇ 'ਚ ਕਿੱਦਾਂ ਜਿਹੜਾ ਉਹ ਚੱਲਦੇ ਆ, ਕਿਵੇਂ ਉਹ ਹੋ ਰਿਹਾ ਆ, ਕੋਈ ਲਾਲਚ ਨਾਲ ਕਰ ਰਿਹਾ, ਕੋਈ ਕਿਸ ਤਰੀਕੇ ਨਾਲ ਕਰ ਰਿਹਾ। ਹਾਂਜੀ, ਵੀ ਹੈਵ ਟੂ ਫਾਈਂਡ ਦ ਵੇਜ਼, ਇਹ ਆਪਾਂ ਨੂੰ ਬੜੀ ਸੇਫ ਦੇ ਵਿਲ ਫਾਈਂਡ ਅ ਵੇ। ਸੋ ਬੇਸਿਕਲੀ ਆ ਜਿਹੜੀਆਂ ਆਪਾਂ ਇੱਥੇ ਗੱਲਾਂ ਬਾਤਾਂ ਕੀਤੀਆਂ, ਤੇ ਡੇਟਾ ਸਾਰਿਆਂ ਦੇ ਸਾਹਮਣੇ ਹੀ ਹੈ ਨਾ। ਬਿਲਕੁਲ। ਤੇ ਸਾਡਾ ਟੈਕ ਟਾਕ ਸ਼ੋਅ ਕਰਨ ਦਾ ਵੀ ਮਤਲਬ ਇਹ ਹੁੰਦਾ ਕਿ ਇਹ ਚੀਜ਼ਾਂ ਤੁਹਾਡੇ ਸਾਹਮਣੇ, ਟੈਕਨੀਕਲ ਗੱਲਾਂ, ਕੰਪਲੀਕੇਟਡ ਗੱਲਾਂ ਸਿੱਧ ਪੱਧਰੀ ਭਾਸ਼ਾ 'ਚ ਤੁਹਾਡੇ ਸਾਹਮਣੇ ਆਉਣ, ਹੈ ਨਾ। ਬਾਕੀ ਇਹ ਆ ਵੀ ਤੁਸੀਂ ਪੇਰੈਂਟਲ ਕੰਟਰੋਲਸ ਚੈੱਕ ਕਰੋ, ਜਿਹੜੀਆਂ ਵੀ ਐਪਸ ਤੇ ਹੈਗੇ ਆ ਜੀ। ਚਲੋ ਅਜੇ ਨਹੀਂ ਸਿੱਖਿਆ ਜਾ ਰਿਹਾ ਪੂਰਾ, ਇਹਦੇ ਉੱਤੇ ਬਹੁਤ ਸਾਰੀਆਂ ਵੀਡੀਓਜ਼ ਬਣੀਆਂ ਹੋਣਗੀਆਂ, ਤੁਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਜੋ ਤੁਸੀਂ ਕਰ ਸਕਦੇ ਆ ਉਹ ਜ਼ਰੂਰ ਕਰੋ। ਹਾਂ, ਜੇ ਕੋਈ ਇਹ ਸੋਚ ਰਿਹਾ ਵੀ ਕੋਈ ਆ ਕੇ ਕਰ ਜੂਗਾ, ਕੋਈ ਆ ਕੇ ਦੱਸ ਜੂਗਾ, ਇੱਦਾਂ ਨਹੀਂ ਹੋਣਾ। ਆਪ ਹੀ ਇਹਦੇ ਲਈ ਹਮਲਾ ਜਿਹੜਾ ਆਪਾਂ ਨੂੰ ਸਾਰਿਆਂ ਨੂੰ ਇਸ ਚੀਜ਼ 'ਚ ਮਾਰਨਾ ਪੈਣਾ। ਵਿਡਰੋਲਸ ਬੜੇ ਆਉਣੇ ਆ ਸਿੰਡਰਮ, ਪਰ ਦੈਟਸ ਓਕੇ, ਪਾਰਟ ਆਫ ਜਰਨੀ ਆ ਇਹ ਉਹਦਾ ਆ। ਚਲੋ ਇਹ ਵੀ ਨਹੀਂ ਆ ਵੀ ਸਭ ਕੁਛ ਹੀ ਤਹਿਸ ਨਹਿਸ ਹੋ ਗਿਆ, ਐਡਾ ਵੀ ਡੂਮਸਡੇ ਵਾਲੀ ਗੱਲ ਨਹੀਂ। ਬਹੁਤ ਕੁਛ ਡੁੱਲੇ ਬੇਰਾਂ ਦਾ ਸੁਧਾਰਿਆ ਜਾ ਸਕਦਾ ਆ। ਸ਼ਾਮ ਦਾ ਭੁੱਲਿਆ, ਸਵੇਰ ਦਾ ਭੁੱਲਿਆ ਸ਼ਾਮ ਨੂੰ ਆ ਜਾਂਦਾ ਆ ਵਾਪਸ, ਭੁੱਲਿਆ ਨਹੀਂ ਆਂਦੇ। ਆਪਣੇ ਡਾਇਸਪੋਰਾ ਦੀ ਜਿੱਦਾਂ ਆਪਾਂ ਗੱਲ ਕਰ ਰਹੇ ਸੀਗੇ ਪੰਜਾਬੀਆਂ ਦੀ, ਸੋ ਉਸ ਬਾਬਤ ਕਿਹੜੇ ਤੁਸੀਂ ਡਾਟਾ ਪੁਆਇੰਟਸ ਦੀ ਗੱਲ ਕਰ ਰਹੇ ਸੀ, ਆਪਾਂ ਕੀ ਕਰੀਏ ਆਪਣੇ ਪੱਧਰ ਦੇ ਉੱਤੇ, ਆਪਾਂ ਆਪਣੀ ਪੰਜਾਬੀ ਕਮਿਊਨਿਟੀ ਦੇ ਲਈ ਆਪਾਂ ਕੀ ਕੀਤਾ ਜਾ ਸਕਦਾ, ਕੀ ਕਰ ਰਹੇ ਹਾਂ? ਹਾਂਜੀ ਰਾਜਕਰ, ਉਹ ਇਹ ਹੈ ਕਿ ਪਹਿਲੇ ਤਾਂ ਕਿਡਸ ਸੇਫਟੀ ਟਿਪਸ ਕੁਛ ਗੱਲਾਂ ਧਿਆਨ ਰੱਖੀਏ, ਹੈ ਨਾ, ਜਿਨ੍ਹਾਂ ਨੂੰ ਵਿੱਚ ਤੁਸੀਂ ਕੁਛ ਗੱਲਾਂ ਸ਼ੇਅਰ ਕੀਤੀਆਂ ਕਿ ਡੇਟਾ ਨੂੰ ਦੇਖਣਾ, ਹੈ ਨਾ, ਇੰਟਰਨੈਟ ਦੇ ਉੱਤੇ ਸਿਕਿਉਰਿਟੀ ਲਾਉਣੀ, ਜਾਂ ਫੋਨਾਂ ਉੱਤੇ ਸਿਕਿਉਰਿਟੀ ਲਾਉਣੀ, ਜਾਂ ਫੋਨ ਉੱਤੇ ਨਾ ਫੋਨ ਲਿਮਿਟਿਡ ਕੈਪੇਬਿਲਿਟੀ ਵਾਲੇ ਦੇਣੇ ਬੱਚਿਆਂ ਨੂੰ, ਜਾਂ ਨਾ ਦੇਣੇ, ਹੈ ਨਾ। ਉਹ ਹਰ ਇੱਕ ਪੇਰੈਂਟ ਨੇ ਆਪਣਾ ਹਿਸਾਬ ਦੇ ਨਾਲ ਦੇਖਣਾ। ਨੰਬਰ 2 ਦੇ ਉੱਤੇ ਇਹ ਹੈ ਕਿ ਵੱਧ ਤੋਂ ਵੱਧ ਕੋਸ਼ਿਸ਼ ਇਹ ਰੱਖਣੀ ਚਾਹੀਦੀ ਕਿ ਟੀਨਏਜ ਬੱਚਿਆਂ ਦੀ ਜਿਹੜੀ ਫੋਟੋਆਂ ਉਹ ਨਾ ਸ਼ੇਅਰ ਕੀਤੀਆਂ ਜਾਣ ਸੋਸ਼ਲ ਮੀਡੀਆ ਦੇ ਟਾਈਮ ਉੱਤੇ, ਹੈ ਨਾ। ਤੇ ਹੁਣ ਕਿਉਂਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਟਾਈਮ ਦੇ ਉੱਤੇ ਕਈ ਕੁਛ ਜਿਹੜਾ ਉਹ ਚੱਲ ਰਿਹਾ, ਹੈ ਨਾ, ਸਮੇਂ ਦੇ ਵਿੱਚ ਫੋਟੋ ਆਲਟਰ ਕਰਨਾ ਕੋਈ ਵਾਲਾ ਵੱਡਾ ਕੰਮ ਨਹੀਂ ਹੁੰਦਾ, ਜਿਹੜਾ ਕਿ ਨਿਆਣੇ ਦੀ ਬੁਲਿੰਗ ਦੇ ਲਈ ਬਣ ਸਕਦਾ,
ਸਬੱਬ ਬਣ ਸਕਦਾ। ਸੋ ਕੋਸ਼ਿਸ਼ ਕਰਨੀ ਚਾਹੀਦੀ ਆ ਘਰ ਦੀ ਚੀਜ਼ ਜਿਹੜੀ ਉਹ ਘਰ ਵਿੱਚ ਹੀ ਰਹੇ। ਤੇ ਵੱਧ ਤੋਂ ਵੱਧ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿ ਬੱਚੇ ਨਾਲ ਪਰਸਨਲੀ ਕਨੈਕਟ ਕਰੋ, ਉਹਨਾਂ ਨੂੰ ਟਾਈਮ ਦਿਓ। ਹੁਣ ਖਾਸ ਤੌਰ ਦੇ ਉੱਤੇ ਅਸੀਂ ਕੈਨੇਡਾ ਦੇ ਕੇਸਿਸ ਇੱਦਾਂ ਦੇਖੇ ਬਾਰ-ਬਾਰ, ਹੈ ਨਾ, ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ, ਜਾਂ UK ਦੇ ਕੇਸਿਸ ਜਿਹੜੇ ਕਮਿਊਨਿਟੀਆਂ ਪਹਿਲਾਂ ਆ ਕੇ ਉੱਥੇ ਐਸਟੈਬਲਿਸ਼ ਹੋਈਆਂ। ਅਮਰੀਕਾ ਵਿੱਚ ਕੰਪੈਰੇਟਿਵਲੀ ਆਮਦ ਥੋੜ੍ਹੀ ਲੇਟ ਹੋਈ ਆ, ਯੰਗ ਆਪਣੀ ਕਮਿਊਨਿਟੀ ਕੰਪੈਰੇਟਿਵਲੀ ਮੈਂ ਗੱਲ ਕਰਦਾ, ਹਰ ਇੱਕ ਉੱਦਾਂ ਤਾਂ ਹਰ ਇੱਕ ਏਜ ਦੇ ਹੋਣਗੇ, ਪਰ ਉਹ ਤੋਂ ਕੁਛ ਆਪਾਂ ਨੂੰ ਨਾ ਲਰਨ ਕਰਨ ਨੂੰ ਬਹੁਤ ਕੁਛ ਮਿਲ ਜਾਂਦਾ। ਪਿੱਛੇ ਜੇ ਅਸੀਂ ਵਰਕਸ਼ਾਪ ਪੰਜਾਬੀ ਰੇਡੀਓ ਫਰੀਮੌਂਟ ਗੁਰਦੁਆਰਾ ਸਾਹਿਬ ਦੀ ਕੋਲੈਬੋਰੇਸ਼ਨ ਦੇ ਨਾਲ ਆਪਾਂ ਲਾਈ ਆ, ਤੇ ਉਹਦੇ ਵਿੱਚ ਇਹ ਚੀਜ਼ਾਂ ਸਾਨੂੰ ਸਮਝਣ ਦੇ ਵਿੱਚ ਆਈਆਂ ਕਿ ਜਿਹੜੇ ਪੇਰੈਂਟਸ ਵਰਕਿੰਗ ਹੁੰਦੇ ਦੋਵੇਂ ਜਾਣੇ ਜੀ ਉਹਨਾਂ ਦਾ ਬੱਚਿਆਂ ਉੱਤੇ ਥੋੜ੍ਹਾ ਜਿਹਾ ਧਿਆਨ ਘੱਟ ਜਾਂਦਾ। ਇਹਨਾਂ ਤੇ ਜਿਹੜੇ ਬੱਚੇ ਵਿਹਲੇ ਟਾਈਮ ਦੇ ਵਿੱਚ ਹੁੰਦੇ ਆ, ਇੰਨੇ ਰਿਸੋਰਸਿਸ ਉਹਨਾਂ ਕੋਲ ਅਵੇਲੇਬਲ ਆ, ਡਿਸਟਰੈਕਸ਼ਨਸ ਇੰਨੀਆਂ ਹੈ ਨਾ ਅਵੇਲੇਬਲ ਆ, ਤੇ ਉਹ ਥੋੜ੍ਹਾ ਜਿਹਾ ਰਿਸਕ ਦੇ ਉੱਤੇ ਬੱਚੇ ਜ਼ਿਆਦਾ ਹੁੰਦੇ ਆ। ਸੋ ਬੱਚੇ ਨੂੰ ਐਨਗੇਜ ਰੱਖਣਾ ਹੈ ਨਾ ਸਾਡੇ ਲਈ ਲਰਨ ਕਰਨ ਵਾਲਾ। UK ਤੋਂ ਅਸੀਂ ਸਿੱਖਿਆ, ਕੈਨੇਡਾ ਤੋਂ ਅਸੀਂ ਸਿੱਖ ਰਹੇ ਹਾਂ, ਤੇ ਅਸੀਂ ਟਾਈਮ ਹੁੰਦਾ ਹੀ ਆਪਣੇ ਇੰਪਲੀਮੈਂਟ ਕਰੀਏ। ਵੱਧ ਤੋਂ ਵੱਧ ਬੱਚਿਆਂ ਨੂੰ ਐਨਗੇਜ ਕਿੱਦਾਂ ਕਰਨਾ, ਉਹਨਾਂ ਨਾਲ ਟਾਈਮ ਜ਼ਿਆਦਾ ਕਿੱਦਾਂ ਸਪੈਂਡ ਕਰਨਾ, ਹੈ ਨਾ। ਜ਼ਰੂਰੀ ਨਹੀਂ ਕਿ ਸਾਡੇ ਘਰ ਬਹੁਤ ਵੱਡੇ ਹੋਣ, ਹੈ ਨਾ, ਕਾਫੀ ਧਿਆਨ ਉਸ ਪਾਸੇ ਨੂੰ ਹੁੰਦਾ, ਪਰ ਘਰ ਵਿੱਚ ਸੁਖੀ ਸਾਰੇ ਵੱਸਦੇ ਆ, ਇੱਕ ਦੂਜੇ ਦੇ ਨਾਲ ਗੱਲਾਂ ਬਾਤਾਂ ਕਰਦੇ, ਉਹ ਬਹੁਤ ਜ਼ਰੂਰੀ ਆ, ਹੈ ਨਾ। ਮੈਂ ਨਹੀਂ ਗੱਲ ਕਹਿੰਦਾ ਦੋਨੋਂ ਚੀਜ਼ਾਂ ਮਿਊਚੁਅਲੀ ਐਕਸਕਲੂਸਿਵ ਆ, ਦੋਨੋਂ ਇਕੱਠੀਆਂ ਵੀ ਹੋ ਸਕਦੀਆਂ, ਪਰ ਔਨ ਦੀ ਐਕਸਪੈਂਸ ਆਫ ਬੱਚੇ ਵੱਡਾ ਘਰ ਵਾਲਾ ਲੌਂਗ ਟਰਮ ਸਾਨੂੰ ਨੁਕਸਾਨ ਹੀ ਦਊਗਾ। ਸੋ ਇਹ ਸਾਰੀ ਚੀਜ਼ਾਂ ਸਾਹਿਤ ਸੱਭਿਆਚਾਰ ਆਪਣੇ ਦੇ ਨਾਲ ਵੱਧ ਤੋਂ ਵੱਧ ਉਹਨਾਂ ਨੂੰ ਜੋੜਨਾ ਚਾਹੀਦਾ, ਜਿੱਥੋਂ ਉਹਨਾਂ ਸਟਰੈਂਥ ਲੈਣੀ ਆ, ਹੈ ਨਾ। ਤੇ ਦਿਮਾਗ ਜਿਹੜਾ ਬੱਚਿਆਂ ਦਾ ਉਹ ਐਨਗੇਜ ਰੱਖਣਾ ਚਾਹੀਦਾ। ਪੰਜਾਬੀ 'ਚ ਕਹਿੰਦੇ ਵਿਹਲਾ ਮਨ ਸ਼ੈਤਾਨ ਦਾ ਘਰ, ਹੈ ਨਾ, ਉਹ ਤੰਗ ਕਰਦਾ। ਸੋ ਇਹ ਕੁਛ ਚੀਜ਼ਾਂ ਵਾ। ਬਾਕੀ ਡੈਡੀਕੇਟਿਡ ਸ਼ੋਅ ਆਪਾਂ ਇਹਦੇ ਉੱਪਰ ਆਲਰੇਡੀ ਕੀਤਾ ਹੋਇਆ, ਇੰਪੈਕਟ ਆਫ ਸੋਸ਼ਲ ਮੀਡੀਆ ਔਨ ਚਿਲਡਰਨ। ਤੁਸੀਂ ਸਾਡਾ ਪੁਰਾਣੇ ਟਾਕ ਸ਼ੋਅ ਟੈਕ ਟਾਕ ਦੇ ਪੁਰਾਣੇ ਟਾਕ ਸ਼ੋਅ ਦੇਖ ਸਕਦੇ ਹੋ। ਸਾਡੀ ਤਕਰੀਬਨ 1 ਘੰਟੇ ਦੀ ਗੱਲਬਾਤ ਸਿਰਫ ਇਸੇ ਵਿਸ਼ੇ ਉੱਤੇ, ਉਹਦੇ ਬਹੁਤ ਡਿਟੇਲ ਚੀਜ਼ਾਂ ਹੈਗੀਆਂ ਵੀ ਆਪਾਂ ਇਹ ਤੋਂ ਕਿੱਦਾਂ ਬੱਚਿਆਂ ਨੂੰ ਬਚਾ ਸਕਦੇ ਹਾਂ। ਜੀ ਰਾਜ ਜੀ। ਤੇ ਹਰਵਿੰਦਰ, ਜੇ ਆਪਾਂ ਜਿੱਦਾਂ ਤੁਸੀਂ ਹੁਣ ਸ਼ੇਅਰ ਕਰ ਰਹੇ ਸੀ ਇੰਗਲੈਂਡ ਵਾਲੇ ਤੇ ਕੈਨੇਡਾ ਵਾਲੇ, ਆਪਣੇ ਇੱਥੇ ਕਿੱਦਾਂ ਹਾਲਾਤ ਜਿਹੜੇ ਉਹ ਦੇਖ ਰਹੇ, ਜਿੱਦਾਂ ਤੁਸੀਂ ਸ਼ੁਰੂਆਤ ਦੇ ਵਿੱਚ ਵੀ ਸ਼ੇਅਰ ਕੀਤਾ ਵੀ ਤੁਸੀਂ ਜਾਣਦੇ ਆ ਉਹਨਾਂ ਕੁਛ ਲੋਕਾਂ ਨੂੰ ਜਿਹੜੇ ਸੋਸ਼ਲ ਮੀਡੀਆ ਦੇ ਕਰਕੇ ਇਵੈਂਚੁਅਲੀ ਉਹ ਉਹਨਾਂ ਦੀ ਭੇਂਟ ਜਿਹੜੇ ਉਹ ਚੜ੍ਹ ਗਏ ਆ। ਆਪਸ 'ਚ ਜਦੋਂ ਆਪਾਂ ਗੱਲ ਕਰ ਰਹੇ, ਕੀ ਆਪਾਂ ਤਵੱਕੋ ਰੱਖ ਸਕਦੇ ਹਾਂ ਆਉਣ ਵਾਲੇ ਸਮੇਂ 'ਚ ਕੀ ਚੱਲ ਰਿਹਾ ਆ, ਅਤੇ ਕੀ ਕੋਈ ਆਰਗੇਨਾਈਜੇਸ਼ਨਸ ਹੈਗੀਆਂ ਆ ਜਿਹੜੀਆਂ ਇਸ ਉੱਤੇ ਵਰਕ ਕਰ ਰਹੀਆਂ ਆ, ਅਤੇ ਜੇ ਨਹੀਂ ਤਾਂ ਕੀ ਕੀਤਾ ਜਾਣਾ ਚਾਹੀਦਾ ਹੈ? ਹਾਂਜੀ। ਸੋ ਰਾਜਕਰਨ, ਮੈਂ ਚਲੋ ਫॉर द ਸੇਕ ਆਫ ਪ੍ਰਾਈਵੇਸੀ ਆਪਾਂ ਉਹਦੀ ਬਾਹਲੀ ਡਿਟੇਲ ਦੇ ਵਿੱਚ ਨਹੀਂ ਜਾਂਦੇ, ਪਰ ਕੁਛ ਆਬਜ਼ਰਵੇਸ਼ਨ ਮੈਂ ਜ਼ਰੂਰ ਸ਼ੇਅਰ ਕਰੂੰਗਾ। ਉਹ ਇਹ ਹੈ ਕਿ ਪੰਜਾਬੀ ਕਮਿਊਨਿਟੀ ਵਰਸਿਸ ਆਪਣਾ ਜਿਹੜੀ ਆਲਰੇਡੀ ਇੱਥੇ ਐਸਟੈਬਲਿਸ਼ ਕਮਿਊਨਿਟੀਜ਼ ਹੈਗੀਆਂ ਅਮਰੀਕਾ ਦੇ ਵਿੱਚ, ਥੋੜ੍ਹਾ ਜਿਹਾ ਓਹਲਾ ਰੱਖਣ ਦਾ ਚੀਜ਼ਾਂ ਦਾ ਜ਼ਿਆਦਾ ਰੁਝਾਨ ਆ, ਹੈ ਨਾ। ਜੇ ਘਰ ਵਿੱਚ ਕੋਈ ਇੱਦਾਂ ਨਸ਼ੇ ਵਗੈਰਾ ਵਿੱਚ ਕਰਦਾ, ਜਦ ਕਿ ਉਹਨੂੰ ਹੈਲਪ ਦੀ ਲੋੜ ਹੁੰਦੀ ਆ, ਉਹਨੂੰ ਟੈਬੂ ਜ਼ਿਆਦਾ ਲਗਾ ਕੇ ਉਹਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਹੈ ਨਾ, ਵੱਧ ਤੋਂ ਵੱਧ। ਸੋ ਇਹ ਕੁਝ ਸਮੱਸਿਆਵਾਂ ਹੈਗੀਆਂ ਜਿਹੜੇ, ਅਤੇ ਮੈਨੂੰ ਇੱਦਾਂ ਵੀ ਨਹੀਂ ਲੱਗਦਾ ਕਿ ਆਪਣੀ ਸਪੈਸੀਫਿਕਲੀ ਕੋਈ ਪੰਜਾਬੀ ਕਮਿਊਨਿਟੀ ਉੱਪਰ ਕੋਈ ਐਨਾਲਿਸਿਸ ਜਾਂ ਡੇਟਾ ਇੱਦਾਂ ਦਾ ਕੋਈ ਸਰਵੇ ਕੀਤਾ ਗਿਆ ਹੋਵੇ। ਮੇਰੇ ਧਿਆਨ ਵਿੱਚ ਨਹੀਂ ਹੈ। ਜੇ ਕੋਈ ਕੀਤਾ ਹੋਏ ਤਾਂ ਮੇਰੇ ਸਾਡਾ ਕੋਈ ਸਰੋਤਾ ਜਾਂ ਵਿਊਅਰ ਸਾਨੂੰ ਦੱਸ ਸਕਦਾ, ਪਰ ਮੇਰੇ ਧਿਆਨ ਵਿੱਚ ਕੋਈ ਇੱਦਾਂ ਦਾ ਸਰਵੇ ਜਿਹੜਾ ਉਹ ਨਹੀਂ ਆ। ਪਰ ਮੈਨੂੰ ਇਹ ਲੱਗਦਾ ਕਿ ਐਜ਼ ਅ ਨਿਊਕਲੀਅਰ, ਹੁਣ ਅਮਰੀਕਾ ਦੇ ਵਿੱਚ ਜਦੋਂ ਜ਼ਿਆਦਾ ਨਿਊਕਲੀਅਰ ਫੈਮਲੀਜ਼ ਹੋਣੀਆਂ ਸ਼ੁਰੂ ਹੋ ਜਾਂਦੀਆਂ, ਸੋ ਇਸ ਖਤਰੇ ਉੱਤੇ ਜ਼ਿਆਦਾ ਹੋ ਜਾਂਦੇ ਹਨ। ਔਨ ਟੋਪ ਆਫ ਜਦ ਨਿਊਕਲੀਅਰ ਫੈਮਲੀਜ਼ ਦੇ ਵਿੱਚ ਦੋਵੇਂ ਜਾਣੇ ਵਰਕ ਕਰਦੇ ਹੋਣ, ਅਤੇ ਜਿਹੜੇ ਬੱਚੇ ਆ ਉੱਤੇ ਖਾਸ ਤੌਰ 'ਤੇ ਟੀਨ ਏਜ ਦੇ ਵਿੱਚ ਸਮਾਂ ਘੱਟ ਹੋਣ ਕਰਕੇ ਉਹ ਥੋੜ੍ਹੇ ਜ਼ਿਆਦਾ ਰਿਸਕ ਦੇ ਵਿੱਚ ਰਹਿੰਦੇ ਇਹਨਾਂ ਸਾਰੀਆਂ ਗੱਲਾਂ ਦੇ ਉੱਪਰ, ਹੈ ਨਾ। ਸੋ ਇਹ ਸਾਰੀਆਂ ਕੁਛ ਹਰ ਇੱਕ ਨੇ ਆਪਣਾ ਹੁਣ ਪਲਾਨ ਬਣਾਉਣਾ ਚਾਹੀਦਾ ਕਿ, ਹੈ ਨਾ, ਬੱਚੇ ਸਾਡਾ ਫਿਊਚਰ ਆ। ਜੇ ਬੱਚੇ ਸਿੱਧੇ ਰਾਹ ਨਹੀਂ ਪੈਂਦੇ ਆਪਣੇ, ਤੇ ਫਿਰ ਸਾਡਾ ਜਿਹੜਾ ਫਿਊਚਰ ਆ ਉਹ ਧੁੰਦਲਾ ਹੀ ਹੋਏਗਾ। ਬਿਲਕੁਲ। ਸੋ ਅੱਜ ਦੀ ਗੱਲਬਾਤ ਨੂੰ ਹਰਵਿੰਦਰ ਸਿੰਘ ਆਪਾਂ ਇੱਥੇ ਹੀ ਹੁਣ ਸਮੇਟਦੇ ਹਾਂ। ਸੈਨੇਟ ਹੀਅਰਿੰਗ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਉਹ ਹੋਈ, ਉਸ ਦੇ ਬਾਰੇ ਆਪਾਂ ਅੱਜ ਜਿਹੜੀ ਉਹ ਚਰਚਾ ਕੀਤੀ, ਕੀ ਹੋ ਰਿਹਾ ਆ, ਕੀ ਚੱਲ ਰਿਹਾ, ਅਤੇ ਕੀ ਆਪਾਂ ਕਰ ਸਕਦੇ ਹਾਂ, ਉਸ ਦੇ ਬਾਰੇ ਆਪਾਂ ਵਿਚਾਰ ਸਾਂਝੇ ਕੀਤੇ। ਬਹੁਤ ਬਹੁਤ ਧੰਨਵਾਦ ਹਰਵਿੰਦਰ ਸਿੰਘ। ਮਿਲਦੇ ਹਾਂ ਅਗਲੀ ਵਾਰ, ਅਤੇ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।